नेक्स्ट जरा तो शुरू कर रहे हैं ते नेक्स्ट टॉपिक अपने को बनना वा इंटर अटॉमिक और इंटर मॉलिक्यूलर फोर्सेस। इंटर अटॉमिक और इंटर मॉलिक्यूलर फोर्सेस है ना टॉपिक बनन की लगे बच्चे। टॉपिक वो तो अपने को ये होएगा कि भी किसी भी सबस्टेंस दे अंदर कोई भी मैटर ले लवा पर कॉल करिए बच्चे फिर गल करते हैं बेटा ठीक है। किसी भी मोमेंट पे आप कोई भी मैटर कंसिडर कर लीए है ना जिहदी असीं कहने जी सॉलिड लिक्विड गैस कोई स्टेट ले लीए ठीक है। वो कहता ਉਹਦੇ अंदर ਜਦੋਂ एज सच एटम अरेंज ਹੁੰਦੇ ਆ ਮੋਲੀਕਿਊਲਸ ਜਿਹੜੇ ਅਰੇਂਜ ਹੁੰਦੇ ਆ ਉਹਨਾਂ ਮੋਲੀਕਿਊਲਸ ਦੇ ਅੰਦਰ ਕਿਹੜੀਆਂ ਡਿਫਰੈਂਟ ਫੋਰਸਸ ਜਿਹੜੀਆਂ ਨੇ ਠੀਕ ਹੈ ਜੀ ਉਹ ਐਗਜ਼ਿਸਟ ਕਰਦੀਆਂ ਠੀਕ ਹੈ। ਜਿਹੜੀਆਂ ਫੋਰਸਸ ਉਹਨਾਂ ਮੋਲੀਕਿਊਲਸ ਨੂੰ ਇੱਕ ਦੂਜੇ ਨਾਲ ਬਾਉਂਡ ਕਰਕੇ ਰੱਖਦੀਆਂ ਅੰਡਰ ਇਕੁਇਲਿਬ੍ਰੀਅਮ ਕੰਡੀਸ਼ਨ ਠੀਕ ਹੈ ਜੀ ਉਹ ਫੋਰਸਸ ਨੂੰ ਅਸੀਂ ਡਿਫਾਈਨ ਕਰਦੇ ਹਾਂ ਥੀਸ ਆਰ ਟੂ ਬੀ ਕਾਲਡ ਐਜ਼ ਦਾ ਇੰਟਰ ਅਟੋਮਿਕ ਜੇ ਐਟਮਸ ਦੇ ਵਿਚਲੀ ਗੱਲ ਕਰਾਂਗਾ ਔਰ ਇੰਟਰ ਮੋਲੀਕੂਲਰ ਫੋਰਸਸ ਤੇ ਟੌਪਿਕ ਉਹਨੇ ਇਹ ਬਣਾਉਣਾ ਵਾ variation of intermolecular forces with respect to distance। यानी टॉपिक अपना ये बनना बेटा कि भी जे दो मॉलिक्यूल्स ਜਿਹੜੇ ਨੇ ਕੁਝ ਗੈਪ ਦੇ ਉੱਤੇ ਪਏ ਨੇ ਜੇ ਮੈਂ ਉਹਨਾਂ ਨੂੰ ক্লোਜ਼ ਕਰਨਾ ਸ਼ੁਰੂ ਕਰਾਂ ਹਨਾ ਤੇ ਉਸ ਇਨਸਟੈਂਟ ਦੇ ਉੱਤੇ ਇਹਨਾਂ ਦੀ ਉਸ ਪੋਜੀਸ਼ਨ ਤੋਂ ਜਿੱਥੋਂ ਇਹਨਾਂ ਨੂੰ ਮੈਂ ক্লোਜ਼ ਕਰਨਾ ਸ਼ੁਰੂ ਕੀਤਾ ਜਿੱਦਾਂ ਜਿੱਦਾਂ ਡਿਸਟੈਂਸ ਰਿਡਿਊਸ ਹੁੰਦਾ ਜਾਏਗਾ ਉਹਦੇ ਕਰਕੇ ਇਹਨਾਂ ਮੋਲੀਕਿਊਲਸ ਦੇ ਵਿਚਲੀ ਜਿਹੜੀ ਫੋਰਸਸ ਨੇ ਹਨਾ ਉਹਦੇ ਤੇ ਕੀ ਇਫੈਕਟ ਆਏਗਾ। ਉਹਦੇ ਲਈ ਆਪਾਂ ਇੱਕ ਗ੍ਰਾਫ ਮੇਨ ਐਕਸਪਲੇਨ ਕਰਨਾ ਵਾ ਠੀਕ ਹੈ ਉਹਨੂੰ ਸਮਝਿਓ ਧਿਆਨ ਨਾਲ। ਜੇ ਅਸੀਂ ਇੰਟਰ ਮੋਲੀਕੂਲਰ ਫੋਰਸਿਸ ਦੀ ਵੇਰੀਏਸ਼ਨ ਜੇ ਅਸੀਂ ਇੰਟਰ ਮੋਲੀਕੂਲਰ ਫੋਰਸਿਸ ਦੀ ਵੇਰੀਏਸ਼ਨ ਨੂੰ ਡਿਸਟੈਂਸ ਦੇ ਨਾਲ ਪਲਾਟ ਕਰੀਏ ਠੀਕ ਹੈ ਡਿਸਟੈਂਸ ਦੇ ਨਾਲ ਪਲਾਟ ਕਰੀਏ ਤੇ ਇਹਦਾ ਗ੍ਰਾਫ ਕੁਝ ਸਾਡੇ ਕੋਲ ਐਸ ਸੱਚ ਇਸ ਨੇਚਰ ਦਾ ਬਣਦਾ ਬੇਟਾ। ਯਾਨੀ ਗ੍ਰਾਫ ਜਿਹੜਾ ਹੋਏਗਾ ਮੇਰੇ ਕੋਲ ਕੁਝ ਇਸ ਨੇਚਰ ਦਾ ਕਹਿੰਦਾ ਜੀ ਗ੍ਰਾਫ ਆਏਗਾ ठीक है। जे मैं ग्राफ प्लॉट करता पे बिटवीन फोर्सेस ऑपरेटिव बिटवीन मॉलिक्यूल्स एंड द डिस्टेंस बिटवीन द कहना जी मॉलिक्यूल्स क्या इन्नी गल समझ लगी? यस सर। चल हुन इसे वास्ते ਆਪਾਂ डिफाइन की ਕਰਨ ਲੱਗੇ ਕਿ ਉਹ ਕਹਿੰਦਾ ਪੁੱਤ ਐਸਾ ਚ ਜਦੋਂ ਇੰਟਰ ਐਟੋਮਿਕ ਸੈਪਰੇਸ਼ਨ ਜਿਹੜੀ ਮੋਲੀਕਿਊਲਸ ਦੇ ਵਿੱਚ ਚੇਂਜ ਹੋਏਗੀ ਹੈਨਾ ਤੇ ਉਹਨਾਂ ਫੋਰਸ ਦੀ ਸਟਰੈਂਥ ਕਿਦਾਂ ਚੇਂਜ ਹੋਊਗੀ ਉਹਦੇ ਲਈ ਆਪਾਂ ਇਹਦੇ ਅੰਦਰ ਅਸਿਊਮ ਇਹ ਕਰਨ ਲੱਗੇ ਇੱਕ ਮੋਲੀਕਿਊਲ ਮੰਨ ਲਓ ਠੀਕ ਹੈ ਜੀ ਵੀ ਕਿਸੇ ਵੀ ਸਟੇਟ ਦੇ ਅੰਦਰ origin ਦੇ ਉੱਤੇ ਪਿਆ ਔਰ ਦੂਜਾ ਮੋਲੀਕਿਊਲ ਇਹਦੇ ਤੋਂ ਕੁਝ ਡਿਸਟੈਂਸ ਦੇ ਉੱਤੇ ਪਿਆ ਲੈਟ ਵੀ ਸੇ ਕਿ ਦੂਜਾ ਮੋਲੀਕਿਊਲ ਆ ਪੋਜੀਸ਼ਨ ਤੇ ਆ ਠੀਕ ਹੈ। ਮੋਲੀਕਿਊਲ ਮੇਰੇ ਕੋਲ ਇਸ A ਪੋਜੀਸ਼ਨ ਤੇ ਔਰ O ਤੋਂ ਲੈ ਕੇ A ਤੱਕ ਦਾ ਜਿਹੜਾ ਮੇਰੇ ਕੋਲ ਐਸ ਐਚ ਗੈਪ ਹੈਗਾ ਵਾ ਇਹ ਸੀ ਸ਼ੋ ਕਰਦੇ ਪਏ ਤੋਂ ਲੈ ਕੇ A ਤੱਕ ਦਾ ਜਿਹੜਾ ਗੈਪ ਆ ਇਹ ਦੋ ਮੋਲੀਕਿਊਲਸ ਦੇ ਵਿੱਚ 10 ਐਂਗਸਟ੍ਰੋਮ ਆ ਯਾਨੀ ਮੋਲੀਕਿਊਲ ਆਪਸ ਵਿੱਚ ਇੱਕ ਦੂਜੇ ਤੋਂ 10 ਐਂਗਸਟ੍ਰੋਮ ਦੇ ਡਿਸਟੈਂਸ ਤੇ ਪਏ ਨੇ ਠੀਕ ਹੈ। ਔਰ ਇਸ ਮੂਵਮੈਂਟ ਦੇ ਉੱਤੇ ਮੇਰੇ ਕੋਲ ਇਹ ਦਿਖ ਰਿਹਾ ਕਿ ਵੀ ਜਿਹੜੇ ਦੋ ਮੋਲੀਕਿਊਲਸ ਦੇ ਵਿਚਲੀ ਫੋਰਸ ਆਫ ਹੈਗੀ ਆ ਫੋਰਸ ਜਿਹੜੀ ਆ ਹਨਾ ਉਹ ਮੇਰੇ ਕੋਲ ਨੈਗਲੀਜੀਬਲ ਅਮਾਉਂਟ ਦੇ ਅੰਦਰ ਆ मतलब ਇੱਥੇ ਜਿਹੜੀ ਫੋਰਸ ਸ਼ੋ ਆਫ ਕਰਾਂਗਾ ਇਹਦੀਆਂ ਦੋ ਨੇਚਰ ਦਿਖਾਵਾਂਗੇ ठीक है जी। अपवर्ड डायरेक्शन के अंदर जी फोर्स आ वो रिपल्सिव नेचर दी और नीचे वाली फोर्स जी मेरे को अट्रैक्टिव दी मतलब ये होया कि जे आ दो मॉलिक्यूल जिदा जिदा क्लोज आंदे जाणगे ते एक दे न्यूक्लियस दे दूजे दे इलेक्ट्रॉन ना एक दे न्यूक्लियस दी दूजे दे इलेक्ट्रॉन ना फोर्स ऑफ अट्रैक्शन जिहड़ी होएगी दैट विल गोइंग ऑन इनक्रीजिंग। वो कहंदा जिदा जिदा ये मॉलिक्यूल एक दूजे दे क्लोज आंदे आ है ना उस वे ना ਅਸੀਂ ਕਹਿੰਦੇ ਜੀ ਇਹਨਾਂ ਦੇ ਵਿਚਲੀ ਜਿਹੜੀ ਫੋਰਸ ਆਫ ਅਟਰੈਕਸ਼ਨ ਹੋਏਗੀ that will going on changing ਠੀਕ ਹੈ। ਇਸੇ ਗੱਲ ਕਰਕੇ ਬੇਟਾ ਆਪਾਂ ਇਦਾਂ ਕਹਿੰਦੇ ਕਿ ਵੀ ਜਿਹੜੇ ਸੋਲਿਡ ਨੇ ਉਹਨਾਂ ਦੇ ਅੰਦਰ ਐਸ ਐਚ ਅਟਰੈਕਟਿਵ ਫੋਰਸਸ ਮੈਕਸਿਮਮ ਆ ਲਿਕੁਇਡ ਚ ਥੋੜੀਆਂ ਘੱਟ ਵਾ ਗੈਸਸ ਉਸ ਤੋਂ ਘੱਟ ਵਾ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਮੋਲੀਕਿਊਲਸ ਨੇ ਇੱਕ ਦੂਜੇ ਦੇ ਕਲੋਜ਼ ਬਾਈ ਆਣਾ ਨੀਅਰ ਬਾਈ ਆਣਾ ਤੇ ਉਸ ਮੂਵਮੈਂਟ ਤੇ ਇਹਨਾਂ ਦੇ ਅਕ੍ਰੋਸ ਡਿਸਟੈਂਸ ਦੇ ਚੇਂਜ ਹੋਣਾ यानी एटम मॉलिक्यूल्स दे इंटर मॉलिक्यूलर डिस्टेंस दे चेंज होने करके इना विचली जिहड़ी फोर्स ऑफ अट्रैक्शन हो किदा वेरी कर ओनु आपे ये दिखा रहे ठीक है कि भाई जदों डिस्टेंस इना मॉलिक्यूल्स दे विचला जिहड़ा वा वो रिड्यूस हुंदा जाएगा ते जिद्दां जिद्दां डिस्टेंस रिड्यूस हुंदा जाएगा इना विच बनन वाली जिहड़ी फोर्स होएगी ठीक है दैट बिकम मोर एंड मोर नेगेटिव और जिन्नी फोर्स मेरी नेगेटिव च इंक्रीज करती जाएगी जिन्नी फोर्स मेरी नेगेटिव च इंक्रीज करती जाएगी
it means only molecules ਦੇ in between attractive forces ਜਿਹੜੀਆਂ ਨੇ ਉਹ increase ਕਰਦੀਆਂ। ਕਿ ਇੰਨੀ ਗੱਲ ਸਮਝ ਲੱਗ ਰਹੀ? Yes, sir. So ਜਿੱਦਾਂ ਜਿੱਦਾਂ molecule close ਆਈ ਜਾਣੇ ਆ, attractive forces between the molecule will going on increasing। ਔਰ ਅਸੀਂ ਪੁੱਤ already ਇਹ ਚੀਜ਼ ਦੱਸੀ ਹੋਈ ਆ ਪਹਿਲੋਂ ਵੀ, attractive forces ਜਦੋਂ ਦਿਖਾਣੇ ਉਹ ਨੈਗੇਟਿਵ ਦਿਖਾਈ ਦੀਆਂ, ਜਾਂ potential energy ਦਾ ਗ੍ਰਾਫ ਸੇਮ ਆਹੀ ਇੱਕ ਗ੍ਰਾਫ ਜਿਹੜਾ ਫੋਰਸ ਵਰਸਸ ਇੰਟਰ ਐਟੋਮਿਕ ਸੈਪਰੇਸ਼ਨ ਦਾ ਵਾ, ਠੀਕ ਹੈ, ਸੇਮ ਇਸੇ ਪੈਟਰਨ ਦਾ ਦੂਜਾ ਗ੍ਰਾਫ ਜਿਹੜਾ ਵਾ ਉਹ ਪੋਟੈਂਸ਼ੀਅਲ એનર્ਜੀ ਵਰਸਸ ਡਿਸਟੈਂਸ ਦਾ ਵੀ ਬਣਦਾ। ਪੋਟੈਂਸ਼ੀਅਲ એનર્ਜੀ ਦੀ ਵੈਲਿਊ ਜਾਂ ਫੋਰਸ ਦੀ ਵੈਲਿਊ ਜੇ ਨੈਗੇਟਿਵ ਚ ਦਿਖਾਉਂਦੇ ਹੋਵਾਂਗੇ ਤੇ ਦੈਟ ਆਲਵੇਜ਼ ਮੀਨ ਅਟਰੈਕਟਿਵ ਫੋਰਸਿਸ ਜਿਹੜੀਆਂ ਨੇ ਉਹ ਡੋਮੀਨੇਟ ਕਰਦੀਆਂ। ਹੁਣ ਜਦੋਂ ਜਦੋਂ ਐਟਮ ਕਲੋਜ਼ ਆ ਰਹੇ ਆ, ਅਸੀਂ ਕਹਿੰਦੇ ਇਹਨਾਂ ਚ ਅਟਰੈਕਟਿਵ ਫੋਰਸ ਵੀ ਹੈ ਤੇ ਰਿਪਲਸਿਵ ਵੀ ਹੈ, ਪਰ ਜਦੋਂ ਤੱਕ ਇਹਨਾਂ ਵਿਚਲਾ ਡਿਸਟੈਂਸ ਇੱਕ ਲਿਮਿਟ ਨੂੰ ਕ੍ਰਾਸ ਨਹੀਂ ਕਰਦਾ ਤੇ ਉਦੋਂ ਤੱਕ ਇਹਨਾਂ ਦੇ ਵਿੱਚ ਰਿਪਲਸਿਵ ਫੋਰਸਿਸ ਡੋਮੀਨੇਟ ਨਹੀਂ ਕਰਦੀਆਂ। ਮੇਨ ਡੋਮੀਨੈਂਸ ਜਿਹੜੀ ਹੋਏਗੀ ਉਹ ਅਟਰੈਕਟਿਵ ਫੋਰਸਿਸ ਦੀ ਰਹਿੰਦੀ ਹੈ। ਔਰ ਇਹ ਫੋਰਸਿਸ ਐਸ ਸੱਚ ਦੇ ਡੂ ਨਾਟ ਓਬੇ ਦਾ ਇਨਵਰਸ ਸਕੁਅਰ ਲਾਅ, ਜਿਹਦਾ ਗ੍ਰੈਵੀਟੇਸ਼ਨਲ ਫੋਰਸ ਆਫ ਅਟਰੈਕਸ਼ਨ ਆ। ਇਹਨਾਂ ਦੋ ਮੋਲੀਕਿਊਲਸ ਦੇ ਅੰਦਰ, ਇੱਕ ਇੱਥੇ ਮੰਨ ਲਿਆ ਇੱਕ ਇੱਥੇ ਮੰਨ ਲਿਆ, ਇਹਨਾਂ ਮੋਲੀਕਿਊਲਸ ਦੇ ਅੰਦਰ ਅਸੀਂ ਕਿਤੇ ਵੀ ਗ੍ਰੈਵੀਟੇਸ਼ਨਲ ਫੋਰਸ ਆਫ ਅਟਰੈਕਸ਼ਨ ਨੂੰ ਨਹੀਂ ਇਸ ਵੇਲੇ ਕੰਸੀਡਰ ਕਰ ਰਹੇ। ਇਹਨਾਂ ਮੋਲੀਕਿਊਲ ਦੇ ਵਿਚਲੀ ਜਿਹੜੀ ਫੋਰਸਿਸ ਨੇ ਇਹਨਾਂ ਨੂੰ ਅਸੀਂ ਸ਼ਾਰਟ ਰੇਂਜ ਫੋਰਸਿਸ ਜਾਂ ਵੈਂਡਰਵਾਲ ਫੋਰਸਿਸ ਕਹਿੰਦੇ। ਔਰ ਇਹ ਫੋਰਸਿਸ ਡਿਸਟੈਂਸ ਦੇ ਇਨਵਰਸ ਸਕੁਅਰ ਲਾਅ ਨੂੰ ਓਬੇ ਨਹੀਂ ਕਰਦੀਆਂ। ਜਿਹੜੀ ਅਟਰੈਕਟਿਵ ਫੋਰਸ ਬਿਟਵੀਨ ਦਾ ਮੋਲੀਕਿਊਲਸ ਹੋਏਗੀ, ਠੀਕ ਹੈ, that vary inversely with the 7th power of the distance। ਠੀਕ ਹੈ, ਡਿਸਟੈਂਸ ਦੀ 7th ਪਾਵਰ ਤੇ ਇਹਨਾਂ ਦੀ ਡਿਪੈਂਡੈਂਸ ਆ। ਮਤਲਬ ਜੇ ਮੋਲੀਕਿਊਲਸ ਦੇ ਵਿਚਲਾ ਗੈਪ ਥੋੜਾ ਜਿਹਾ ਵੀ ਘਟਦਾ ਵਾ, ਡਿਸਟੈਂਸ ਪਹਿਲੇ ਨਾਲੋਂ ਹਾਫ ਰਹਿ ਜਾਂਦਾ। ਠੀਕ ਹੈ, ਜਿੱਦਾਂ ਅਸੀਂ ਇਹਦੇ ਵਿੱਚ ਡਿਫਾਈਨ ਕਰੀਏ ਕਿ ਜਦੋਂ ਮੋਲੀਕਿਊਲਸ ਦੇ ਵਿਚਲਾ ਡਿਸਟੈਂਸ 10 ਐਂਗਸਟ੍ਰੋਮ ਦੀ ਥਾਂ ਤੇ 5 ਐਂਗਸਟ੍ਰੋਮ ਰਹਿ ਗਿਆ, ਡਿਸਟੈਂਸ ਹਾਫ ਰਹਿ ਗਿਆ, ਤੇ ਇਹਨਾਂ ਮੋਲੀਕਿਊਲਸ ਦੇ ਵਿਚਲੀ ਜਿਹੜੀ ਫੋਰਸ ਆਫ ਅਟਰੈਕਸ਼ਨ ਹੋਏਗੀ ਉਹ ਮੇਰੇ ਕੋਲ r⁻7 ਟਾਈਮ ਵੱਧ ਜਾਂਦੀ। ਮਤਲਬ ਸਮਝਾਵਾਂ ਤੇ ਇਹਦਾ ਬੇਟਾ ਕਿ ਜੇ ਡਿਸਟੈਂਸ ਪਹਿਲੋਂ ਮੇਰੇ ਕੋਲ 1 ਐਂਗਸਟ੍ਰੋਮ ਸੀਗਾ, ਜਸ ਵੈਸੇ ਵੈਲਿਊ ਲਿੱਤੀ, ਐਕਚੁਅਲ ਨਹੀਂ, ਤੇ ਜੇ ਦੂਜੀ ਵਾਰੀ ਡਿਸਟੈਂਸ ਮੇਰੇ ਕੋਲ ਜਿਹੜਾ ਵਾ ਉਹ ਹਾਫ ਐਂਗਸਟ੍ਰੋਮ ਰਹਿ ਜੇ, ਇਹਦਾ ਮਤਲਬ ਜਦੋਂ 1 ਤੋਂ ਹਾਫ ਹੋਇਆ ਤੇ ਇੱਥੇ ਪਹਿਲੋਂ ਜਿਹੜੀ ਮੇਰੇ ਕੋਲ ਫੋਰਸ ਹੋਏਗੀ ਜੇ ਉਹ 1⁻7 ਆਈ ਆ, ਤੇ ਦੂਜੀ ਵਾਰੀ ਉਹ ਫੋਰਸ ਜਿਹੜੀ ਹੋਏਗੀ, ਹਾਫ ਪਾਵਰ 7 ਕਰਾਂ, ਠੀਕ ਹੈ, ਤੇ 2 ਪਾਵਰ 5 ਜਿਹੜਾ 32 6 64 7 128। ਇਹਦਾ ਮਤਲਬ ਇਹ ਹੋਏਗਾ ਕਿ ਇਸ ਕੇਸ ਦੇ ਅੰਦਰ ਜਿਹੜੀ ਅਟਰੈਕਟਿਵ ਫੋਰਸ ਹੋਏਗੀ ਇਹ 128 ਟਾਈਮ ਸਟਰੋਂਗਰ ਹੋ ਜਾਏਗੀ ਪਹਿਲੇ ਕੇਸ ਨਾਲੋਂ। ਕਿਆ ਆ ਗੱਲ ਸਮਝ ਲੱਗੀ? Yes, sir. Yes, sir. ਮਤਲਬ ਜਦੋਂ ਡਿਸਟੈਂਸ ਦੋ ਮੋਲੀਕਿਊਲ ਦੇ ਵਿੱਚ ਸਿਰਫ ਅਸੀਂ ਅੱਗੇ ਨਾਲੋਂ ਹਾਫ ਕੀਤਾ ਹੈ ਨਾ, ਜੇ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਜਾਂ ਇਨਵਰਸ ਸਕੁਅਰ ਲਾਅ ਨੂੰ ਓਬੇ ਕਰਨ ਵਾਲੀ ਫੋਰਸ ਹੁੰਦੀ ਨਾ, ਤੇ ਡਿਸਟੈਂਸ ਦੇ ਰਿਡਿਊਸ ਕਰਨ ਨਾਲ ਫੋਰਸ ਤੇ ਵਧਣੀ ਆ, ਤੇ ਉਹ ਫੋਰਸ ਸਿਰਫ 4 ਟਾਈਮ ਵਧਣੀ ਸੀ। ਜੇ r⁻² ਹੁੰਦਾ, ਠੀਕ ਹੈ ਨਾ, ਤੇ ਫਿਰ ਫੋਰਸ ਮੇਰੀ 4 ਟਾਈਮ ਵਧਣੀ ਸੀ। ਪਰ ਕਹਿੰਦਾ ਜੀ ਇਹ ਫੋਰਸਿਸ ਮੋਲੀਕਿਊਲਸ ਦੇ ਵਿਚਲੀ ਜਿਹੜੀਆਂ ਨੇ ਇਹ ਬਹੁਤ ਰੈਪਿਡਲੀ ਵੇਰੀ ਕਰਦੀਆਂ। ਠੀਕ ਹੈ, ਤੇ ਜਦੋਂ ਰੈਪਿਡ ਵੇਰੀ ਕਰਦੀਆਂ, ਕਹਿੰਦਾ ਜੀ ਇਹਦੀ ਡਿਪੈਂਡੈਂਸ ਜਿਹੜੀ ਡਿਸਟੈਂਸ ਤੇ ਹੁੰਦੀ ਆ ਇਹ ਇਨਵਰਸਲੀ ਟੂ 7th ਪਾਵਰ ਆਫ ਡਿਸਟੈਂਸ ਨਾਲ ਵੇਰੀ ਕਰਦੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਇਸ ਮੂਵਮੈਂਟ ਤੇ ਦੋ ਮੋਲੀਕਿਊਲਸ ਦੇ ਵਿਚਲੀ ਫੋਰਸ ਆਫ ਅਟਰੈਕਸ਼ਨ ਹੋਏਗੀ ਨਾ, ਉਹ ਡਿਸਟੈਂਸ ਦੇ ਹਾਫ ਹੁੰਦੇ ਸਾਰ ਉਹ ਫੋਰਸ ਬਹੁਤ ਰੈਪਿਡਲੀ ਇਨਕਰੀਜ਼ ਕਰਨੀ। ਔਰ ਜਦੋਂ ਡਿਸਟੈਂਸ 10 ਐਂਗਸਟ੍ਰੋਮ ਤੋਂ ਰਿਡਿਊਸ ਕਰਕੇ 5 ਐਂਗਸਟ੍ਰੋਮ ਰਹਿ ਗਿਆ ਹੈ ਨਾ, ਤੇ ਉਸ ਮੂਵਮੈਂਟ ਤੇ ਜਿਹੜੀ ਅਟਰੈਕਟਿਵ ਫੋਰਸ ਬਿਟਵੀਨ ਦਾ ਮੋਲੀਕਿਊਲ ਹੈ ਨਾ ਇਹ ਮੈਕਸਿਮਮ ਹੋ ਜਾਂਦੀ। ਇਹਦਾ ਮਤਲਬ 5 ਐਂਗਸਟ੍ਰੋਮ ਡਿਸਟੈਂਸ ਤੇ ਆ ਕੇ 5 ਐਂਗਸਟ੍ਰੋਮ ਡਿਸਟੈਂਸ ਤੇ ਆ ਕੇ ਇਹ ਮੋਲੀਕਿਊਲ ਇੱਕ ਦੂਜੇ ਨੂੰ ਮੈਕਸਿਮਮ ਅਟਰੈਕਟ ਕਰ ਰਹੇ ਆ। ਉਹ ਕਹਿੰਦਾ ਜੀ ਜੇ ਮੈਕਸਿਮਮ ਅਟਰੈਕਟ ਕਰਦੇ ਪਏ, ਵਾਈ ਸ਼ੁਡ ਨਾਟ ਥੀਸ ਮੋਲੀਕਿਊਲ ਦੇ ਫਿਊਜ਼ ਟੂਗੇਦਰ? ਜੇ ਇੰਨੀ ਅਟਰੈਕਟਿਵ ਫੋਰਸਿਸ ਆ ਤੇ ਇਹ ਜੁੜ ਕਿਉਂ ਨਹੀਂ ਜਾਂਦੇ? ਤੇ ਉਸ ਮੂਵਮੈਂਟ ਤੇ ਫਿਰ ਅਸੀਂ ਅਗਲਾ ਪਾਰਟ ਲੈਣੇ ਕਿ when these molecule they bring further closer to one another, ਜੇ ਮੈਂ 5 ਐਂਗਸਟ੍ਰੋਮ ਤੋਂ ਇਹਨਾਂ ਨੂੰ ਹੋਰ ਕਲੋਜ਼ ਲੈ ਕੇ ਆਣਾ ਸ਼ੁਰੂ ਕਰਾਂ ਨਾ, ਤੇ ਇਹਨਾਂ ਦੇ ਵਿੱਚ ਰਿਪਲਸਿਵ ਕੰਪੋਨੈਂਟ ਜਿਹੜਾ ਸੀਗਾ, ਠੀਕ ਹੈ ਜੀ, ਉਹ ਵੀ ਇਨਕਰੀਜ਼ ਕਰਨਾ ਸ਼ੁਰੂ ਹੋ ਜਾਂਦਾ। ਮਤਲਬ ਜਦੋਂ ਜ਼ਿਆਦਾ ਕਲੋਜ਼ ਆਏ ਤੇ ਇਹਨਾਂ ਦੇ ਐਸ ਸੱਚ ਜਿਹੜੇ ਪੋਜ਼ਿਟਿਵ ਚਾਰजेस ਨੇ ਉਹ ਇੱਕ ਦੂਜੇ ਨੂੰ ਰਿਪੈਲ, ਇਲੈਕਟ੍ਰੋਨ ਇੱਕ ਦੂਜੇ ਨੂੰ ਰਿਪੈਲ,
ਸੋ ਰਿਪਲਸਿਵ ਕੰਪੋਨੈਂਟ ਜਿਹੜਾ ਵਾ ਉਹਦੀ ਡੋਮੀਨੈਂਸ ਜਿਹੜੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ। ਇਹਦਾ ਮਤਲਬ ਇਹ ਹੋ ਗਿਆ ਕਿ ਜੇ ਇਹਨਾਂ ਵਿਚਲਾ ਗੈਪ ਜਿਹੜਾ ਵਾ ਉਹ ਐਟਮਸ ਦੇ ਵਿਚਲਾ ਅੱਗੇ ਨਾਲੋਂ ਹੋਰ ਘਟ ਜਾਵੇ ਤੇ ਅੱਗੇ ਨਾਲੋਂ ਜਿਹੜੀ ਅਟਰੈਕਟਿਵ ਫੋਰਸ ਦੀ ਸਟਰੈਂਥ ਆ ਉਹ ਰਿਡਿਊਸ ਕਰ ਜਾਣੀ। ਔਰ ਜੇ ਡਿਸਟੈਂਸ ਘਟਦਾ ਇਹਨਾਂ ਵਿਚਲਾ 3.5 ਐਂਗਸਟ੍ਰੋਮ ਰਹਿ ਜਾਂਦਾ, ਜਦੋਂ ਡਿਸਟੈਂਸ ਇਹਨਾਂ ਵਿਚਲਾ 3.5 ਐਂਗਸਟ੍ਰੋਮ ਰਹਿ ਜਾਂਦਾ ਤੇ ਉਸ ਮੂਵਮੈਂਟ ਤੇ ਅਸੀਂ ਆਬਜ਼ਰਵ ਕਰਦੇ ਹਾਂ ਕਿ ਇਹਨਾਂ ਵਿਚਲੀ ਫੋਰਸ ਦੀ ਸਟਰੈਂਥ 0 ਹੋ ਗਈ ਹੈ ਨਾ। ਇਹਦਾ ਮਤਲਬ ਇਹ ਹੋਇਆ ਫੋਰਸ 0 ਦਾ ਮਤਲਬ ਕੀ ਹੋਇਆ ਕਿ ਜਿਹੜੀ ਸਿਸਟਮ ਦੇ ਅੰਦਰ ਨੈਟ ਫੋਰਸ ਆ, ਇੱਕ ਅਟਰੈਕਟਿਵ ਫੋਰਸ ਦਾ ਕੰਪੋਨੈਂਟ ਆ ਔਰ ਇੱਕ ਰਿਪਲਸਿਵ ਦਾ ਕੰਪੋਨੈਂਟ ਆ। ਇਹਦਾ ਮਤਲਬ ਇਸ ਮੂਵਮੈਂਟ ਤੇ ਆ ਕੇ ਇਹਨੂੰ ਅਸੀਂ ਨਾਮ ਦਿੰਨੇ ਇਹ ਕਿਸੇ ਵੀ ਮੂਵਮੈਂਟ ਤੇ ਮੋਲੀਕਿਊਲਸ ਦੇ ਵਿਚਲਾ ਇਕੁਇਲਿਬਰੀਅਮ ਸੈਪਰੇਸ਼ਨ ਦਾ ਡਿਸਟੈਂਸ ਆ। ਇਕੁਇਲਿਬਰੀਅਮ ਸੈਪਰੇਸ਼ਨ ਦਾ ਮਤਲਬ ਜਦੋਂ ਸਿਸਟਮ ਦੇ ਅੰਦਰ ਨੈਟ ਫੋਰਸ 0 ਹੁੰਦੀ ਹੈ ਨਾ, ਉਸ ਮੂਵਮੈਂਟ ਤੇ ਅਸੀਂ ਕਹਿੰਦੇ ਜੀ ਸਿਸਟਮ ਜਿਹੜਾ ਇਕੁਇਲਿਬਰੀਅਮ ਸਟੇਟ ਮੇਨਟੇਨ ਕਰ ਰਿਹਾ। ਇਹਦਾ ਮਤਲਬ ਨਾਰਮਲ ਸਟੇਟ ਦੇ ਵਿੱਚ ਆ ਕੇ ਜਦੋਂ ਐਟਮ ਮੋਲੀਕਿਊਲਸ ਇੱਕ ਦੂਜੇ ਤੋਂ 3.5 ਐਂਗਸਟ੍ਰੋਮ ਡਿਸਟੈਂਸ ਤੇ ਆ ਜਾਂਦੇ ਆ ਤੇ ਉਸ ਮੂਵਮੈਂਟ ਤੇ ਅਟਰੈਕਟਿਵ ਤੇ ਰਿਪਲਸਿਵ ਕੰਪੋਨੈਂਟ ਦੋਨੋਂ ਇਕੁਅਲੀ ਡੋਮੀਨੇਟ ਕਰਦੇ ਆ ਔਰ ਇਕੁਅਲ ਡੋਮੀਨੈਂਸ ਹੋਣ ਕਰਕੇ ਮੋਲੀਕਿਊਲਸ ਦੇ ਵਿਚਲੀ ਜਿਹੜੀ ਨੈਟ ਫੋਰਸ ਆ ਉਹ ਇਸ ਮੂਵਮੈਂਟ ਤੇ 0 ਹੋ ਜਾਂਦੀ। क्या इन्नी गल समझ लगी? Yes, sir. Yes, sir. ठीक है जी। सो इस पोजीशन ਅਸੀਂ ਨਾਮ ਦਿੰਨੇ ਇਹ ਇਕੁਇਲਿਬਰੀਅਮ ਸੈਪਰੇਸ਼ਨ ਦਾ ਡਿਸਟੈਂਸ ਆ। ਔਰ ਜੇ ਐਟਮ ਇਸ ਤੋਂ ਵੀ ਕਲੋਜ਼ ਆ ਗਿਆ, ਮੰਨ ਲਓ ਦੋ ਐਟਮਸ ਦੇ ਵਿਚਲਾ ਗੈਪ ਜਿਹੜਾ ਸੀ 3.5 ਤੋਂ ਹੋਰ ਘਟਾ ਲਿਆ, 2 ਐਂਗਸਟ੍ਰੋਮ ਕਰ ਲਿਆ, ਤੇ ਵੀ ਆਬਜ਼ਰਵ ਕਿ ਜਿਹੜੀ ਫੋਰਸ ਆਫ ਇਹਨਾਂ ਚ ਜਿਹੜੀ ਮੋਲੀਕੂਲਸ ਫੋਰਸ ਹੈ ਨਾ that become now to be positive। और जिन्नी फोर्स पॉजिटिव च मेरी बढ़ती जाएगी, एक सेकंड होल्ड करिए। जिन्नी फोर्स मेरी पॉजिटिव च बढ़ती जाएगी एवल उन्ना ही रिपल्सिव कंपोनेंट जिहड़ा वा वो इनक्रीज करेगा। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਦੋ ਐਟਮ ਇਕੁਇਲਿਬਰੀਅਮ ਸੈਪਰੇਸ਼ਨ ਤੋਂ ਫਰਦਰ ਕਲੋਜ਼ ਲੈ ਕੇ ਆਵਾਂਗਾ ਤੇ ਇਹਨਾਂ ਚ ਰਿਪਲਸਿਵ ਕੰਪੋਨੈਂਟ ਬਹੁਤ ਰੈਪਿਡਲੀ ਇਨਕਰੀਜ਼ ਕਰਦਾ, ਇਵਨ ਮੋਰ ਰੈਪਿਡ ਦੈਨ ਦਾ ਅਟਰੈਕਟਿਵ ਫੋਰਸਸ ਬਿਟਵੀਨ ਦਾ ਮੋਲੀਕਿਊਲ। ਔਰ ਅਸੀਂ ਡਿਫਾਈਨ ਕਰਦੇ ਕਿ ਜੇ ਐਸ ਸੱਚ ਅਟਰੈਕਟਿਵ ਫੋਰਸਸ ਵਾਸਤੇ ਰਿਲੇਸ਼ਨ ਮੈਂ ਆ ਲਿਖ ਲਵਾਂ ਬੇਟਾ, ਠੀਕ ਹੈ, ਇਹ ਮੇਰਾ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਆ, ਨੈਗੇਟਿਵ ਅਟਰੈਕਟਿਵ ਫੋਰਸ ਦੀ ਨੇਚਰ ਨੂੰ ਡਿਫਾਈਨ ਕਰਦਾ। ਤੇ ਜਿਹੜਾ ਰਿਪਲਸਿਵ ਕੰਪੋਨੈਂਟ ਹੈ ਨਾ ਇਹਨੂੰ ਡਿਫਾਈਨ ਕਰਾਂ ਤੇ ਰਿਪਲਸਿਵ ਫੋਰਸ ਜਿਹੜੀ ਹੋਏਗੀ, ਠੀਕ ਹੈ, that vary inversely to that of the 9th power of the distance। ਤੇ ਉਹਦਾ ਫਾਰਮੂਲਾ ਮੇਰੇ ਕੋਲ +b over r raised to power 9 ਆਇਆ। ਯਾਨੀ ਇਹ ਫੋਰਸ ਡਿਸਟੈਂਸ ਦੇ 9th ਪਾਵਰ ਤੇ ਵੇਰੀ ਕਰਦੀ ਰਿਪਲਸਿਵ ਕੰਪੋਨੈਂਟ, ਠੀਕ ਹੈ, ਤੇ ਜਦ ਕਿ ਅਟਰੈਕਟਿਵ ਫੋਰਸਸ ਮੇਰੇ ਕੋਲ ਜਿਹੜੀ ਆ ਉਹ 7th ਪਾਵਰ ਤੇ ਵੇਰੀ ਕਰਦੀਆਂ। ਕਿ ਇੰਨੀ ਗੱਲ ਕਲੀਅਰ ਆ? Yes, sir. A भी क्या है? Yes, sir. A ਤੇ B ਪੁੱਤ ਦੋਨੋਂ ਕਾਂਸਟੈਂਟ ਨੇ, ਨੇਚਰ ਆਫ ਮਟੀਰੀਅਲ ਦੇ ਅਕੋਰਡਿੰਗਲੀ ਡਿਸਾਈਡ ਹੁੰਦੇ। ਅਦਰਵਾਈਜ਼ ਫੋਰਸ ਦੀ ਵੇਰੀਏਸ਼ਨ ਜਿਹੜੀ ਹੈਗੀ ਆ ਇੰਟਰ ਮੋਲੀਕੂਲਰ ਅਟਰੈਕਟਿਵ ਫੋਰਸਸ ਜਿਹੜੀਆਂ ਨੇ ਉਹ ਡਿਸਟੈਂਸ ਦੀ 7th ਪਾਵਰ ਨਾਲ, ਠੀਕ ਹੈ, ਔਰ ਜਿਹੜੀਆਂ ਰਿਪਲਸਿਵ ਨੇ ਉਹ ਡਿਸਟੈਂਸ ਦੀ 9th ਪਾਵਰ ਨਾਲ ਕਿੰਨਾ ਜੀ ਵੇਰੀ ਕਰਦੀਆਂ। ਔਰ ਜੇ ਮੈਂ ਸਿਸਟਮ ਦੀ ਟੋਟਲ ਫੋਰਸ ਕੱਢਾਂ ਤੇ ਵਿਚ ਇਜ਼ ਟੂ ਬੀ ਗਿਵਨ ਬਾਈ ਕਹਿੰਦਾ ਜੀ ਸਮ ਟੋਟਲ ਆਫ ਅਟਰੈਕਟਿਵ ਐਂਡ ਰਿਪਲਸਿਵ। ਇਹਦੇ ਨਾਲ ਸਿਸਟਮ ਦੀ ਟੋਟਲ ਫੋਰਸ -a raised to power 7 plus b raised to b over r raised to power 9 ਇੰਨੀ ਸਿਸਟਮ ਦੀ ਨੈਟ ਫੋਰਸ ਆ। ਔਰ ਜਦੋਂ ਬਾਡੀ ਮੇਰੀ ਇਕੁਇਲਿਬਰੀਅਮ ਸੈਪਰੇਸ਼ਨ ਤੇ ਆਂਦੀ ਆ ਤਾਂ ਅਸੀਂ ਕਹਿੰਦੇ ਸਿਸਟਮ ਦੀ ਨੈਟ ਫੋਰਸ 0 ਆ। ਤੇ ਜੇ ਸਿਸਟਮ ਦੀ ਨੈਟ ਫੋਰਸ 0 ਆ ਇਨ ਇਕੁਇਲਿਬਰੀਅਮ f ਦੀ ਵੈਲਿਊ 0 ਆ ਔਰ f 0 ਕਰਕੇ ਆਪਣੇ ਕੋਲ ਕੰਡੀਸ਼ਨ ਆ ਜਾਏਗੀ a over r power 7 equal to b over r power 9। ਇਹਨੂੰ ਐਡਜਸਟ ਕਰੀਏ, ਇਹਨੂੰ ਸੋਲਵ ਕਰੀਏ ਤੇ ਆਪਣੇ ਕੋਲ ਟਰਮ ਜਿਹੜੀ ਹੋ ਜਾਏਗੀ ਉਹ ਆ ਜਾਏਗਾ ਜੀ a over 1 equal to b over r square। ਤੇ ਜੇ ਇਹਨੂੰ ਪੁੱਤ ਸੋਲਵ ਕਰ ਲਈਏ ਤੇ ਆਪਣੇ ਕੋਲ ਐਸ ਸੱਚ ਜਿਹੜਾ r ਦਾ ਰਿਲੇਸ਼ਨ ਆ ਜਾਊਗਾ ਕਿ ਜਦੋਂ ਡਿਸਟੈਂਸ ਮੇਰੇ ਕੋਲ ਇਕੁਇਲਿਬਰੀਅਮ ਫੋਰਸ ਨੂੰ ਸ਼ੋ ਆਫ ਕਰਦਾ, ਇਸ ਇਕੁਇਲਿਬਰੀਅਮ ਡਿਸਟੈਂਸ ਨੂੰ r0 ਬੇਸ਼ੱਕ ਸਿੰਬਲ ਦੇ ਦਿਓ। ਜਦੋਂ ਇਕੁਇਲਿਬਰੀਅਮ ਸੈਪਰੇਸ਼ਨ ਆਈ ਆ ਅਸੀਂ r ਦੀ ਥਾਂ ਤੇ ਉਹਦੇ ਡਿਸਟੈਂਸ ਦਾ ਸਿੰਬਲ r0 ਲਿਖ ਰਹੇ ਹਾਂ। ਇੱਥੇ ਫਿਰ ਆ ਕੇ ਜਦੋਂ ਆਪਾਂ ਇਹਨੂੰ ਲਿਖਣਾ ਹੋਏਗਾ ਇਹਨੂੰ ਭਾਵੇਂ r0 ਦੀ ਫਾਰਮ 'ਚ ਲਿਖ ਲਓ
ਤੇ ਜੇ ਮੈਂ ਦੋ ਐਟਮਸ ਦੇ ਵਿਚਲੀ ਇਕੁਇਲਿਬਰੀਅਮ ਸੈਪਰੇਸ਼ਨ ਦੀ ਵੈਲਿਊ ਕੱਢਣੀ ਆ, ਜਿਹਦਾ ਇੱਥੇ 3.5 ਆ ਹਨਾ, ਤੇ ਜਨਰਲ ਆਪਾਂ 3.5 ਲਿਖਿਆ, ਬਟ ਨੇਚਰ ਆਫ ਐਟਮ ਔਰ ਨੇਚਰ ਆਫ ਮੋਲੀਕਿਊਲਸ ਦੇ ਅਕੋਰਡਿੰਗਲੀ ਆਪਾਂ ਜੇ r ਨੋਟ ਦੀ ਵੈਲਿਊ ਕੱਢੀਏ ਤੇ r ਨੋਟ ਸਕੁਅਰ ਮੇਰਾ b by a which implies r naught ਦੀ ਵੈਲਿਊ root of b by a ਦੇ ਬਰਾਬਰ ਆ ਜੂ। ਇਹ ਮੇਰੇ ਕੋਲ ਗਿਵਨ ਮਟੀਰੀਅਲ ਦਾ b ਤੇ a ਮੈਨੂੰ ਦੋਨੋਂ ਵੇਰੀਏਬਲ ਦਿੱਤੇ ਹੋਣ, ਗਿਵਨ ਮਟੀਰੀਅਲ ਦੇ ਮੈਨੂੰ a ਔਰ b ਦੋਨੋਂ ਵੇਰੀਏਬਲ ਦਿੱਤੇ ਹੋਣ, ਠੀਕ ਹੈ, ਤੇ ਉਹਦੇ ਅਕੋਰਡਿੰਗਲੀ ਤੁਸੀਂ ਕਿਸੇ ਵੀ ਮੋਲੀਕਿਊਲਸ ਦੇ ਵਿਚਲੀ ਉਹਦੀ ਇਕੁਇਲਿਬਰੀਅਮ ਸੈਪਰੇਸ਼ਨ ਦੀ ਵੈਲਿਊ ਜਿਹੜੀ ਆ ਉਹ ਕੈਲਕੂਲੇਟ ਕਰ ਸਕਦੇ ਹੋ। ਕਿ ਇੰਨੀ ਗੱਲ ਕਲੀਅਰ? ਯੈਸ ਸਰ। Yes, sir. Yes. ਉਹਦਾ ਟੌਪਿਕ ਇਹ ਸੀਗਾ, ਮੈਂ ਇੱਕ ਵਾਰ ਜਲਦੀ ਦੁਬਾਰਾ ਦੱਸ ਰਿਹਾ। ਟੌਪਿਕ ਇਹ ਹੈਗਾ ਕਿ ਜਦੋਂ ਕਿਸੇ ਵੀ ਮੈਟਰ ਦੇ ਅੰਦਰ ਅਸੀਂ ਕੰਸੀਡਰ ਕਰਦੇ ਆ ਕਿ ਵੀ ਉਹਦੇ ਵਿੱਚ ਐਟਮਸ ਜਾਂ ਮੋਲੀਕਿਊਲ ਇੱਕ ਦੂਜੇ ਨਾਲ ਕਿੰਨਾ ਕਿ ਸਟਰੋਂਗਲੀ ਹੈਲਡ ਅਪ ਹੈਗੇ ਆ, ਠੀਕ ਹੈ, ਸੋਲਿਡ ਲਿਕੁਇਡ ਗੈਸ ਕਿਸੇ ਵੀ ਸਟੇਟ ਦੇ ਅੰਦਰ, ਤੇ ਅਸੀਂ ਕਹਿੰਦੇ ਜੀ ਇਹ ਚੈੱਕ ਕਰੋ ਕਿ ਐਟਮਸ ਔਰ ਮੋਲੀਕਿਊਲਸ ਦੇ ਵਿਚਲੀ ਜਿਹੜੀ ਸੈਪਰੇਸ਼ਨ ਆ ਉਹਦੇ ਚੇਂਜ ਹੋਣ ਦੇ ਨਾਲ ਉਹਨਾਂ ਵਿਚਲੀ ਫੋਰਸਿਸ ਕਿੱਦਾਂ ਵੇਰੀ ਕਰਦੀਆਂ। ਤੇ ਉਹਦੇ ਲਈ ਅਸੀਂ ਡਿਫਾਈਨ ਕੀਤਾ ਕਿ ਵੀ ਇੰਟਰ ਔਰ ਮੋਲੀਕੂਲਰ ਫੋਰਸਿਸ ਨੂੰ ਜੇ ਡਿਸਟੈਂਸ ਨਾਲ ਵੇਰੀ ਕਰਾਵਾਂ ਤੇ ਉਹਦੇ ਅਕੋਰਡਿੰਗਲੀ ਮੇਰੇ ਕੋਲ ਆ ਚੀਜ਼ ਆ ਰਹੀ, ਜਦੋਂ ਮੋਲੀਕੂਲ ਇੱਕ ਦੂਜੇ ਦੇ ਕਲੋਜ਼ ਆਉਂਦੇ ਜਾ ਰਹੇ, ਠੀਕ ਹੈ, ਇਹਨਾਂ ਵਿੱਚ ਅਟਰੈਕਟਿਵ ਫੋਰਸਿਸ ਇਨਕਰੀਜ਼ ਕਰਦੀਆਂ ਇੱਕ ਲਿਮਿਟ ਤੱਕ, ਇੱਕ ਪੋਜੀਸ਼ਨ ਤੇ ਜਾ ਕੇ ਅਟਰੈਕਟਿਵ ਫੋਰਸਿਸ ਆਪਣੀਆਂ ਮੈਕਸਿਮਮ ਹੋ ਜਾਂਦੀਆਂ, ਠੀਕ ਹੈ, ਔਰ ਉਸ ਤੋਂ ਬਿਯੋਂਡ ਜੇ ਮੋਲੀਕੂਲ ਹੋਰ ਕਲੋਜ਼ ਆਉਂਦੇ ਆ ਤੇ ਅਸੀਂ ਕਹਿੰਦੇ ਜੀ ਨਾਲੋਂ ਨਾਲ ਰਿਪਲਸਿਵ ਕੰਪੋਨੈਂਟ ਉਹਨਾਂ ਦਾ ਰੋਲ ਪਲੇ ਕਰਨਾ ਸ਼ੁਰੂ ਕਰ ਦਿੰਦਾ। ਔਰ ਜਦੋਂ ਤੁਹਾਡੇ ਕੋਲ ਮੋਲੀਕਿਊਲਸ ਇਕੁਇਲਿਬਰੀਅਮ ਸੈਪਰੇਸ਼ਨ ਤੇ ਆਉਂਦੇ ਆ ਤੇ ਉਸ ਮੂਮੈਂਟ ਤੇ ਨਾਈਦਰ ਮੇਰੇ ਕੋਲ ਜਿਹੜਾ ਕਹਿੰਦਾ ਜੀ ਅਟਰੈਕਟਿਵ ਨੋਰ ਰਿਪਲਸਿਵ ਕੋਈ ਵੀ ਕੰਪੋਨੈਂਟ ਡੋਮੀਨੇਟ ਨਹੀਂ ਕਰਦਾ, ਕੋਈ ਵੀ ਫੋਰਸ ਡੋਮੀਨੇਟ ਨਹੀਂ ਕਰਦੀ, ਦੋਨੋਂ ਇੱਕ ਦੂਜੇ ਦੇ ਇਫੈਕਟ ਨੂੰ ਕੈਨਸਲ ਕਰੀ ਜਾਂਦੀਆਂ, ਜਿਹਦੇ ਕਰਕੇ ਮੋਲੀਕਿਊਲ ਜਿਹੜੇ ਨੇ ਉਹ ਇਕੁਇਲਿਬਰੀਅਮ ਪੋਜੀਸ਼ਨ 'ਚ ਸਟੇਬਲ ਹੋ ਜਾਂਦੇ। ਬਟ ਜੇ ਮੈਂ ਇਹਨਾਂ ਨੂੰ ਇਸ ਤੋਂ ਵੀ ਫਰਦਰ ਕਲੋਜ਼ਰ ਲੈ ਕੇ ਆਵਾਂ ਤਾਂ ਅਸੀਂ ਕਹਿੰਦੇ ਜੀ ਫਰਦਰ ਫਿਰ ਇਹਨਾਂ ਦਾ ਰਿਪਲਸਿਵ ਕੰਪੋਨੈਂਟ ਇਨਕਰੀਜ਼ ਕਰਦਾ, ਠੀਕ ਹੈ, ਔਰ ਉਹ ਰਿਪਲਸਿਵ ਕੰਪੋਨੈਂਟ ਹੀ ਹੈਗਾ ਫੋਰਸ ਦਾ ਜਿਹੜਾ ਇਹਨਾਂ ਐਟਮਸ ਨੂੰ ਇੱਕ ਦੂਜੇ ਨਾਲ ਫਿਊਜ਼ ਨਹੀਂ ਹੋਣ ਦਿੰਦਾ, ਠੀਕ ਹੈ। ਇਸ ਲਈ ਅਸੀਂ ਕਹਿੰਦੇ ਜੀ ਇੱਕ ਲਿਮਿਟ ਤੋਂ ਬਿਯੋਂਡ ਇਹਨਾਂ 'ਚ ਰਿਪਲਸਿਵ ਕੰਪੋਨੈਂਟ ਆ ਜਾਂਦਾ ਔਰ ਰਿਪਲਸਿਵ ਫੋਰਸਿਸ ਦੀ ਵੇਰੀਏਸ਼ਨ ਅਟਰੈਕਟਿਵ ਤੋਂ ਵੀ ਜ਼ਿਆਦਾ ਕਹਿੰਦਾ ਸਟਰੋਂਗ ਵੇਰੀ ਕਰਦੀ ਹੈ। ਇਸ ਲਈ ਜੇ ਇਹਦੀ ਵੇਰੀਏਸ਼ਨ 7th ਪਾਵਰ ਤੇ ਆਂਦੀ, ਉਹਦੀ ਵੇਰੀਏਸ਼ਨ 9th ਪਾਵਰ ਤੱਕ ਆਂਦੀ ਹੈ। ਕਿਆ ਇੰਨਾ ਕਲੀਅਰ ਹੈ ਸਾਰਾ? Yes, sir. ਉਹ ਪੁੱਤ ਇੰਨਾ ਸਮੇਂ ਲੱਗ ਰਿਹਾ ਸਾਰਿਆਂ ਨੂੰ? Yes, sir. ਯੈਸ ਸਰ। ਕੰਟੀਨਿਊ ਜੇ ਕਰਾਂਗੇ ਜਿਹੜੀ ਅਟਰੈਕਟਿਵ ਫੋਰਸਿਸ ਨੇ, ਜੇ ਆਪਾਂ ਫਰਦਰ ਹੋਰ ਗੱਲ ਕਰੀਏ, ਇਹ ਚੋਂ ਨੇ ਦੋ ਵਰਡ ਹੁਣ ਆਪਣੇ ਕੋਲ ਲੈ ਲੈਣੇ ਬੇਟਾ। ਐਸਾ ਚ ਇੱਕ ਉਹਦੇ ਚੋਂ ਕਹਿੰਦਾ ਜੀ ਜਿਹੜੀ ਇੰਟਰ ਮੋਲੀਕੂਲਰ ਫੋਰਸਿਸ ਨੇ, ਜੇ ਇਹਨੂੰ ਅਸੀਂ ਫਰਦਰ ਕੈਟੇਗਰਾਈਜ਼ ਕਰੀਏ, ਇਹਦੀ ਗੱਲ ਅੱਗੇ ਵੀ ਕੀਤੀ ਹੋਈ ਆਪਾਂ, ਤੇ ਆਪਾਂ ਪੁੱਤ ਦੋ ਫੋਰਸਿਸ ਕੰਸੀਡਰ ਕਰਦੇ ਆ, ਇੱਕ ਕੋਹੇਸਿਵ ਫੋਰਸ, ਇੱਕ ਆਪਣੇ ਕੋਲ ਆ ਜਾਂਦੀ ਫੋਰਸ ਆਫ ਕੋਹੇਜ਼ਨ, ਇੱਕ ਆਪਣੇ ਕੋਲ ਆਂਦੀ ਫੋਰਸ ਆਫ ਕੋਹੇਜ਼ਨ, ਔਰ ਸੈਕਿੰਡ ਆਪਣੇ ਕੋਲ ਆ ਜਾਂਦੀ ਫੋਰਸ ਆਫ ਐਡਿਸ਼ਨ, ठीक है, यानी कोहेसिव फोर्सेस और सेकंड अपने को ला जांदियां एडिसिव फोर्सेस। ये दोनों दियां दोने मेरियां जड़ियां ने ऐसे च मॉलिक्यूलर फोर्सेस ने, ठीक है, यानी मॉलिक्यूल्स दे विच एग्जिस्ट करने वालियां फोर्सेस ने। कोहेसिव ते एडिसिव दोनों दियां दोनों अट्रैक्टिव फोर्सेस ने, दोनों दियां दोनों मेरियां अट्रैक्टिव फोर्सेस ने, ठीक है। सिर्फ फर्क ये होएगा कि कोहेसिव फोर्सेस आर द फोर्स ऑफ अट्रैक्शन बिटवीन द मॉलिक्यूल ऑफ ए गिवन सबस्टेंस। एक सबस्टेंस दे डिफरेंट मॉलिक्यूल्स दे विच जिहड़ी फोर्स ऑफ अट्रैक्शन आ उहनूं असीं नाम दिंदे कि वो कोहेसिव फोर्स आ, जद कि जिहड़े मेरे कोल दो डिफरेंट सबस्टेंस दे मॉलिक्यूल दे विच जिहड़ी फोर्स ऑफ अट्रैक्शन आ उहनूं असीं नाम दईए तां असीं कहने वो एडिसिव फोर्स आ। एग्जांपलीफाई इहनूं इदां कर रहे असीं आपां कि जे मान लो एक कंटेनर च मैं वाटर फिलअप किया ते जदों मैं पानी दे ग्लास नूं पुठा कर दांगा, ठीक है, ते जे वाटर मेरे कोल कंटेनर दे मॉलिक्यूल दे नाल स्टिक करदा पिया, ठीक है जी, वाटर ड्रॉपलेट मेरे कोल कंटेनर दे अंदर कुछ रहिंदे आ, ते दिस इज द ड्यू टू एडिसिव फोर्सेस बिटवीन द मॉलिक्यूल ऑफ वाटर एंड मॉलिक्यूल ऑफ कंटेनर, ठीक है। पर जे मैं मरकरी नूं एक ग्लास च पा के पुठा करा, ठीक है, ते ओदे च एक सिंगल ड्रॉपलेट भी मरकरी दा अंदर नहीं रहिंदा, ठीक है, सारे का सारा गिलास जिदा पाया सी जिदा उन्होंने कढ़िया वो खाली बिल्कुल हो जाएगा,
ठीक है जी, ਉਹ 'ਚ ਕੋਈ ਸਿੰਗਲ ਡ੍ਰੌਪਲੇਟ ਵੀ ਮਰਕਰੀ ਦਾ ਅਟੈਚ ਹੋ ਕੇ ਨਹੀਂ ਰਿਹਾ ਤੇ ਉੱਥੇ ਅਸੀਂ ਡਿਫਾਈਨ ਕਰਦੇ ਕਿ ਇਹਨਾਂ ਮੋਲੀਕਿਊਲਸ ਦੇ ਅੰਦਰ, ਮਰਕਰੀ ਦੇ ਮੋਲੀਕਿਊਲਸ ਦੇ ਅੰਦਰ ਇੱਕ ਦੂਜੇ ਨੂੰ ਅਟਰੈਕਟ ਕਰਨ ਦੀ ਪਾਵਰ ਜ਼ਿਆਦਾ ਸਟਰੋਂਗਰ ਆ as compared to that of the force of attraction between the mercury molecule and container। ਤੇ ਜੇ ਮਰਕਰੀ ਦੇ ਮੋਲੀਕਿਊਲ ਦੇ ਨਾਲ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਸਟਰੋਂਗਰ ਆ ਤਾਂ ਅਸੀਂ ਕਹਿੰਦੇ ਜੀ ਇਹ 'ਚ ਜਿਹੜੀਆਂ ਮੇਰੇ ਕੋਲ ਕੋਹੇਸਿਵ ਫੋਰਸਿਸ ਨੇ ਉਹ ਸਟਰੋਂਗਰ ਨੇ as compared to that of the ਕਹਿੰਦਾ ਜੀ adhesive forces। क्या ਇੰਨੀ ਗੱਲ ਸਮਝ ਲੱਗਦੀ ਪਈ? Yes, sir. चल सो Yes, sir. कोहेसिव ते एडहेसिव दो टर्म आ गईयां, ठीक है। अपने को जेडी फोर्स ऑफ अट्रैक्शन बिटवीन द मॉलिक्यूल ऑफ सेम सब्सटेंस और बिटवीन द मॉलिक्यूल ऑफ टू डिफरेंट कहंदा जी सब्सटेंस। ਇਹਦੇ ਨਾਲ ਹੀ ਉਹਨੇ ਇੱਕ ਟਰਮ ਆਪਾਂ ਨੂੰ ਹੋਰ ਦੇ ਦਿੱਤੀ, ਇਹਦੇ ਨਾਲ ਹੀ ਇੱਕ ਟਰਮ ਹੋਰ ਦੇ ਦਿੱਤੀ, इंटरमॉलिक्यूलर बाइंडिंग एनर्जी। इंटरमॉलिक्यूलर बाइंडिंग एनर्जी सैटेलाइट वाले टॉपिक च पढ़ी टर्म आ, उत्थे दोबारा लै रहे हैं। सैटेलाइट वाले टॉपिक च असीं किहा सी जदों सैटेलाइट अपनी ग्रेविटेशनल फोर्सेस करके अराउंड द अर्थ मूव करदा पिया, ठीक है, तो जिन्नी टोटल एनर्जी ना मूव करदा, जिवें सैटेलाइट नूं उहदे उस ऑर्बिट चों बाहर कढना, तो असीं किहा सी जी जिन्नी एनर्जी ना मूव करदा उहदे इक्वल अमाउंट च एनर्जी उहनूं ओपोजिट डायरैक्शन दे अंदर सप्लाई करा ਤੇ ਫਿਰ ਸੈਟੇਲਾਈਟ ਆਪਣੇ ਆਰਬਿਟ ਚੋਂ ਬਾਹਰ ਨਿਕਲਦਾ ਤੇ ਉਹ ਬਾਈਂਡਿੰਗ એનર્ਜੀ ਆਫ ਸੈਟੇਲਾਈਟ ਆ। ਇਦਾਂ ਹੀ ਜੇ ਦੋ ਮੋਲੀਕਿਊਲਸ ਇੱਕ ਦੂਜੇ ਨਾਲ ਐਸ ਸੱਚ ਅਟਰੈਕਟਿਵ ਫੋਰਸਿਸ ਕਰਕੇ ਬਾਉਂਡ ਆ, ਇਕੁਇਲਿਬ੍ਰੀਅਮ ਸੈਪਰੇਸ਼ਨ ਤੇ ਆ, ਤੇ ਮੋਲੀਕਿਊਲਸ ਨੂੰ ਜੇ ਮੈਂ ਇੱਕ ਦੂਜੇ ਤੋਂ ਸੈਪਰੇਟ ਕਰਨਾ ਤੇ ਕਹਿੰਦਾ ਜੀ ਡਿਊ ਟੂ देयर ਅਟਰੈਕਟਿਵ ਕੰਪੋਨੈਂਟ ਸਮ એનર્ਜੀ ਮਸਟ ਬੀ ਰਿਕੁਆਇਰਡ। ਸੋ ਮਿਨੀਮਮ ਅਮਾਉਂਟ ਆਫ એનર્ਜੀ ਰਿਕੁਆਇਰਡ ਟੂ ਸੈਪਰੇਟ ਦ ਡਿਫਰੈਂਟ ਮੋਲੀਕਿਊਲਸ। ਇੱਕ ਮੋਲੀਕਿਊਲ ਨੂੰ ਦੂਜੇ ਮੋਲੀਕਿਊਲ ਤੋਂ ਵੱਖਰਾ ਕਰਨ ਵਾਸਤੇ ਜਿਹੜੀ ਮੈਨੂੰ ਮਿਨੀਮਮ ਅਮਾਉਂਟ ਆਫ એનર્ਜੀ ਨੂੰ ਸਪਲਾਈ ਕਰਨੀ ਪਏਗੀ, that amount of energy is called as the intermolecular binding energy। क्या टर्म क्लियर? Yes, sir. इतना समय लग रहा? Yes, sir. Yes, sir. चल ਹੁਣ ਇਤੋਂ ਇਹ ਸਾਰੇ ਦੇ ਸਾਰੇ ਟੌਪਿਕ ਨੂੰ ਲੈ ਕੇ ਆਪਾਂ ਟੌਪਿਕ ਜਿਹੜਾ ਬਣਾਉਣ ਲੱਗੇ। ਹੁਣ ਫਿਰ ਕੁਝ ਟਰਮਸ ਹੀ ਆਣੀਆਂ, ਪਹਿਲਾਂ ਹਜੇ ਆਪਾਂ ਮੇਨ ਪਹਿਲਾਂ ਟਰਮਸ ਹੀ ਪੜ੍ਹਨੀਆਂ ਔਰ ਸ਼ੁਰੂ ਚ ਥਿਓਰੈਟੀਕਲ ਟੌਪਿਕ ਆਪਣਾ ਚੱਲਣਾ ਬੇਟਾ। ਇਹ ਤੋਂ ਆਪਾਂ ਟੌਪਿਕ ਬਣਾਵਾਂਗੇ, ਜਿਹੜਾ ਆਪਣਾ ਟੌਪਿਕ ਬਣ ਜਾਣਾ ਦੈਟਸ ਦਾ ਸਰਫੇਸ ਟੈਂਸ਼ਨ, ठीक है। और सरफेस टेंशन ਨੂੰ ਐਸਾ ਚ ਆਪਾਂ ਸ਼ੁਰੂ ਕਰਨ ਵਾਸਤੇ ਇਹ ਚ ਕੁਝ ਆਪਣੇ ਕੋਲ ਟਰਮਸ ਹੀ ਯੂਜ਼ ਹੋਣੀਆਂ, ਠੀਕ ਹੈ। ਕਿਹੜੀਆਂ ਕਿਹੜੀਆਂ? ਉਹਨਾਂ ਚ ਆਪਣੇ ਕੋਲ ਇੱਕ ਟਰਮ ਆ ਜਾਏਗੀ ਮੋਲੀਕੂਲਰ ਰੇਂਜ। ਸੈਕਿੰਡ ਟਰਮ ਸਾਡੇ ਕੋਲ ਆ ਜਾਏਗੀ स्फीयर ऑफ इन्फ्लुएंस। ठीक है। थर्ड टर्म साडे कोल इहदे विच आ जानी है सरफेस फिल्म। आ जाएगी, ठीक है। ते चौथी टर्म अपनी आई बन जानी सरफेस टेंशन, जिहदे बेस दे उत्ते आपां सारियां टर्म्स लैणियां। सब तो पहली चीज लवां मॉलिक्यूलर रेंज। आपां ऊपर गल करदे हैं बेटा कि इस मॉलिक्यूल दी टेंडेंसी आ ये दूजे मॉलिक्यूल नूं अट्रैक्ट करदा है ना। हुण जे ये दूजा मॉलिक्यूल इहदे तो कुछ लॉन्गर डिस्टेंस ते पिया तो असीं कहने अट्रैक्टिव फोर्स नहीं हैगी, पर जे ये मॉलिक्यूल आ पोजीशन ते आ जाए और इस पोजीशन ते इस एक्स एक्सिस ते आ जाए या इन्ने डिस्टेंस ते वाई ते आ जाए या इन्ने डिस्टेंस ते जेड ते आ जाए, ठीक है। इधरों नेगेटिव जेड ते माइनस वाई ते माइनस एक्स किसी पासे आ जाए इक्वल डिस्टेंस ते but we observe कि this molecule start attracting this molecule। ਇਹਦਾ ਮਤਲਬ ਇਹ ਹੋਏਗਾ ਕਿ ਇੱਕ ਮਿਨੀਮਮ ਡਿਸਟੈਂਸ ਹੋਏਗਾ ਜਿੱਥੇ ਤੱਕ ਇਹ ਮੋਲੀਕਿਊਲ ਕਿਸੇ ਦੂਸਰੇ ਮੋਲੀਕਿਊਲ ਨੂੰ ਆਪਣੇ ਵੱਲ ਅਟਰੈਕਟ ਕਰ ਸਕਦਾ। ਕੀ ਗੱਲ ਸਮਝ ਲੱਗੀ ਜੋ ਦੱਸੀ ਮੈਂ? Yes, sir. Sir, repeat कर Yes, sir. ਜ਼ਰੂਰ ਜੀ ਰਿਪੀਟ ਕਰ ਰਹੇ ਹਾਂ। ਆਪਾਂ ਇਹ ਗੱਲ ਕਹਿ ਰਹੇ ਹਾਂ ਪੁੱਤ ਕਿ ਜੇ ਆ ਇੱਕ ਮੋਲੀਕਿਊਲ ਮੇਰੇ ਕੋਲ ਪਿਆ ਨਾ ਤੇ ਇਸ ਮੋਲੀਕਿਊਲ ਦੇ ਨੀਅਰ ਬਾਈ ਇੰਨੇ ਡਿਸਟੈਂਸ ਤੱਕ ਕਿਸੇ ਵੀ ਡਾਇਰੈਕਸ਼ਨ ਦੇ ਅੰਦਰ ਜੇ ਕੋਈ ਵੀ ਦੂਜਾ ਮੋਲੀਕਿਊਲ ਆ ਜਾਵੇ, ਆ ਸਾਰੀ ਥਾਵਾਂ ਤੇ ਮੇਰੇ ਕੋਲ ਡਿਫਰੈਂਟ ਮੋਲੀਕਿਊਲਸ ਪਏ ਨੇ ਜਿਹੜੇ ਇਸ ਸੈਂਟਰਲ ਮੋਲੀਕਿਊਲ ਤੋਂ ਇਕੁਅਲ ਡਿਸਟੈਂਸ ਦੇ ਉੱਤੇ ਹੈਗੇ
ਤੇ ਜੇ ਸਾਰੇ ਪਾਸੇ ਇਕੁਅਲ ਡਿਸਟੈਂਸ ਦੇ ਇੱਥੇ ਮੋਲੀਕਿਊਲ ਲਾਈ ਕਰਦੇ ਆ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਆ ਸੈਂਟਰਲ ਮੋਲੀਕਿਊਲ ਦੀ ਇੱਕ ਕਿਸੇ ਵੀ ਦੂਸਰੇ ਮੋਲੀਕਿਊਲ ਨੂੰ ਆਪਣੇ ਵੱਲ ਅਟਰੈਕਟ ਕਰਨ ਦੀ ਇੱਕ ਰੇਂਜ ਹੋਏਗੀ। Yes, sir. Yes, sir. ਸੋ ਜਿੱਥੇ ਤੱਕ ਕੋਈ ਆ ਮੋਲੀਕਿਊਲ ਕਿਸੇ ਦੂਸਰੇ ਮੋਲੀਕਿਊਲ ਨੂੰ ਅਟਰੈਕਟ ਕਰ ਸਕਦਾ ਹੈ ਨਾ, that is to be called as the molecular range। ਸੋ molecular range ਕਿਹਨੂੰ ਕਹਿ ਰਹੇ ਆ? ਕਹਿੰਦਾ ਜੀ it is the distance, it is the distance from the molecule up to which it can attract the another molecule। ਜਿੱਥੇ ਤੱਕ ਇਹ ਮੋਲੀਕਿਊਲ ਕਿਸੇ ਦੂਸਰੇ ਮੋਲੀਕਿਊਲ ਨੂੰ ਅਟਰੈਕਟ ਕਰ ਸਕੇ ਉਹ ਇਸ ਮੋਲੀਕਿਊਲ ਦੀ ਮੋਲੀਕੂਲਰ ਰੇਂਜ ਆ। ਠੀਕ ਹੈ, ਤੇ ਜੇ ਮੈਂ ਇਸ ਮੋਲੀਕਿਊਲ ਨੂੰ ਸੈਂਟਰ ਮੰਨ ਕੇ ਤੇ ਮੋਲੀਕੂਲਰ ਰੇਂਜ ਨੂੰ ਰੇਡੀਅਸ ਮੰਨ ਕੇ ਇਹਦੇ ਅਰਾਊਂਡ ਇੱਕ ਸਰਫੇਸ ਡਿਜ਼ਾਈਨ ਕਰਾਂ ਤੇ ਆ ਮੋਲੀਕਿਊਲ ਦੇ ਅਰਾਊਂਡ ਮੇਰੇ ਕੋਲ 3 ਡਾਈਮੈਂਸ਼ਨਲ ਸ਼ੇਪ ਦੇ ਅੰਦਰ ਇੱਕ ਸਫੀਅਰ ਬਣ ਜਾਏਗਾ। Yes, sir. ਬੋਰਡ ਦੇ ਉੱਤੇ ਆਪਾਂ ਦਿਖਾਈਏ, ਬੋਰਡ ਦੇ ਉੱਤੇ ਆਪਾਂ ਨੂੰ ਸਰਕਲ ਬਣਦਾ ਪਿਆ, ਪਰ ਜੇ ਮੈਂ ਆ ਮੋਲੀਕਿਊਲ ਨੂੰ ਸੈਂਟਰ ਮੰਨ ਕੇ ਪਲੱਸ x ਐਕਸਿਸ ਤੇ ਮਾਈਨਸ x ਐਕਸਿਸ ਤੇ y ਤੇ ਪਲੱਸ ਤੇ ਮਾਈਨਸ ਤੇ ਪਲੱਸ z ਮਾਈਨਸ z ਉਹ ਸਾਰੇ ਦੇ ਸਾਰੇ ਪੁਆਇੰਟ ਜੁਆਇਨ ਕਰ ਲਵਾਂ ਤੇ ਆ ਮੇਰੇ ਕੋਲ ਮੇਰੇ ਹੱਥ ਦਾ ਜਿਹੜਾ ਸੈਂਟਰ ਇੱਥੇ ਹੋਏਗਾ, ਇੱਥੇ ਮੋਲੀਕਿਊਲ ਪਿਆ ਤੇ ਆ ਸਾਰੇ ਪਾਸੇ ਆਪਣੇ ਆਪ 'ਚ ਇਕੁਅਲ ਡਿਸਟੈਂਸ ਜਦੋਂ ਰੱਖ ਕੇ ਉਹਦੇ ਅਰਾਊਂਡ ਇੱਕ ਸ਼ੇਪ ਬਣਾਵਾਂਗੇ ਤੇ ਉਸ ਮੋਲੀਕਿਊਲ ਦੇ ਅਰਾਊਂਡ ਇੱਕ ਸਫੀਅਰ ਬਿਲਟ ਅਪ ਹੋਏਗਾ। Yes, sir. ਤੇ ਇਸ ਸਫੀਅਰ ਦੇ ਅੰਦਰ ਕਿਸੇ ਵੀ ਮੋਲੀਕਿਊਲ ਨੂੰ ਆ ਸੈਂਟਰਲ ਮੋਲੀਕਿਊਲ ਆਪਣੇ ਵੱਲ ਅਟਰੈਕਟ ਕਰੇਗਾ। Yes, sir. Yes, ਇਹਦਾ sir. ਮਤਲਬ ਇਹ ਹੋਇਆ ਇਸ ਸੈਂਟਰਲ ਮੋਲੀਕਿਊਲ ਦਾ ਆ ਜਿੱਥੇ ਤੱਕ ਬਾਉਂਡਰੀ ਬਣਦੀ ਪਈ ਆ ਇੱਥੇ ਤੱਕ ਇਸ ਸੈਂਟਰਲ ਮੋਲੀਕਿਊਲ ਦਾ ਇਨਫਲੂਐਂਸ ਹੋਏਗਾ। Yes, sir. Yes, sir. ਇਹਦਾ ਮਤਲਬ ਇੱਕ ਚੀਜ਼ ਹੋਈ ਕਿ ਜੇ ਮੈਂ ਸੈਕਿੰਡ ਟਰਮ ਲਵਾਂ ਸਫੀਅਰ ਆਫ ਇਨਫਲੂਐਂਸ, ਤਾਂ ਸਫੀਅਰ ਆਫ ਇਨਫਲੂਐਂਸ ਕਿਹਨੂੰ ਕਹਾਂ? ਇਨਫਲੂਐਂਸ ਹੈ ਨਾ। ਇਨਫਲੂਐਂਸ ਦਾ ਮਤਲਬ ਕੀ ਜਿੱਥੇ ਤੱਕ ਉਹਦੀ ਚੱਲਦੀ ਆ। ਇਹਦਾ ਮਤਲਬ ਮੋਲੀਕੂਲਰ ਆਪਾਂ ਮੋਲੀਕਿਊਲ ਨੂੰ ਸੈਂਟਰ ਰੱਖ ਕੇ ਮੋਲੀਕੂਲਰ ਰੇਂਜ ਨੂੰ ਰੇਡੀਅਸ ਰੱਖ ਕੇ ਜੇ ਮੈਂ ਮੋਲੀਕਿਊਲ ਦੇ ਅਰਾਊਂਡ ਇੱਕ ਸ਼ੇਪ ਡਿਜ਼ਾਈਨ ਕਰ ਲਵਾਂ ਤੇ ਉਸ ਸ਼ੇਪ ਦੇ ਅੰਦਰ ਉਸ ਵਿਦਿਨ ਦਾ ਬਾਉਂਡਰੀ ਕੋਈ ਵੀ ਮੋਲੀਕਿਊਲ ਆ ਜੇ ਉਸ ਮੋਲੀਕਿਊਲ ਨੂੰ ਸੈਂਟਰਲ ਮੋਲੀਕਿਊਲ ਜਦੋਂ ਆਪਣੇ ਵੱਲ ਅਟਰੈਕਟ ਕਰਦਾ ਪਿਆ ਤੁਸੀਂ ਇਹ ਕਹਿ ਕੇ ਡਿਫਾਈਨ ਕਰਦੇ ਪਏ ਕਿ ਵੀ ਇਹ ਮੋਲੀਕਿਊਲ ਜਿਹੜੇ ਵੀ ਇੱਥੇ ਪਏ ਨੇ ਕਿਸੇ ਵੀ ਪੁਆਇੰਟ ਦੇ ਉੱਤੇ ਇਹ ਸਾਰੇ ਮੋਲੀਕਿਊਲ ਐਸ ਸੱਚ ਇਸ ਮੋਲੀਕਿਊਲ ਦੇ ਇਨਫਲੂਐਂਸ ਦੇ ਵਿੱਚ ਆ। ਹਾਂ, ਕੋਈ ਮੋਲੀਕਿਊਲ ਇਸ ਸਫੀਅਰ ਤੋਂ ਬਾਹਰ ਪਿਆ ਵਾ ਤੇ ਇਸ ਮੋਲੀਕਿਊਲ ਨੇ ਉਸ ਮੋਲੀਕਿਊਲ ਨੂੰ ਕਿਤੇ ਵੀ ਅਟਰੈਕਟ ਨਹੀਂ ਕਰਨਾ ਤੇ ਇਹਦਾ ਮਤਲਬ ਇਹ ਹੋਇਆ ਕਿ ਇਸ ਮੋਲੀਕਿਊਲ ਦੀ ਐਸ ਸੱਚ ਇੱਕ ਡਿਸਟੈਂਸ ਤੱਕ, ਠੀਕ ਹੈ ਜੀ, ਅਟਰੈਕਟਿਵ ਫੋਰਸਿਸ ਐਕਟ ਕਰਦੀਆਂ ਉਹ ਮੋਲੀਕੂਲਰ ਰੇਂਜ ਆ। ਮੋਲੀਕੂਲਰ ਰੇਂਜ ਨੂੰ ਮੈਂ ਸੈਂਟਰ ਰੇਡੀਅਸ ਰੱਖ ਕੇ ਤੇ ਮੋਲੀਕੂਲ ਨੂੰ ਸੈਂਟਰ ਤੇ ਰੱਖ ਕੇ ਜੇ ਮੈਂ ਮੋਲੀਕੂਲ ਦੇ ਅਰਾਊਂਡ ਇੱਕ ਸਫੀਅਰ ਬਿਲਟ ਅਪ ਕਰਾਂ ਤੇ that sphere is called as the sphere of influence। क्या इतनी गल क्लियर? Yes, sir. Yes, sir. ठीक है। थर्ड टर्म आ गई सरफेस फिल्म। सरफेस फिल्म किनु कहा? मैं कल ही गल की सी बेटा कि सरफेस टेंशन is the property of the liquid at the surface। सरफेस टेंशन लिक्विड दे ओ मॉलिक्यूल दी प्रॉपर्टी आ ਜਿਹੜੇ ਮੋਲੀਕਿਊਲ ਕਿਸੇ ਲਿਕੁਇਡ ਦੀ ਸਰਫੇਸ ਦੇ ਉੱਤੇ ਐਗਜ਼ਿਸਟ ਕਰਦੇ ਆ। ਅਸੀਂ ਐਂਟਾਇਰ ਲਿਕੁਇਡ ਦੇ ਅੰਦਰ ਇਹ ਪ੍ਰੋਪਰਟੀ ਅਪਲਾਈ ਨਹੀਂ ਕਰਦੇ। ਅਸੀਂ ਕਹਿੰਦੇ ਕਿ ਸਰਫੇਸ ਤੇ ਰਹਿਣ ਵਾਲੇ ਲਿਕੁਇਡ ਮੋਲੀਕਿਊਲ ਨੂੰ, ਠੀਕ ਹੈ, ਜਿਹੜਾ ਪੂਰੇ ਦਾ ਪੂਰਾ ਪਾਣੀ ਦਾ ਗਲਾਸ ਭਰਿਆ ਹੋਇਆ, ਠੀਕ ਹੈ ਜੀ, ਇਹਦੇ ਅੰਦਰ ਵਾਲੇ ਮੋਲੀਕਿਊਲ ਦੀ ਇਹ ਪ੍ਰੋਪਰਟੀ ਨਹੀਂ ਲਗਾ ਰਹੇ। ਜਿਹੜਾ ਮੋਲੀਕਿਊਲ ਨੇ ਸਰਫੇਸ ਦੇ ਉੱਤੇ ਆ ਕੇ ਰਹਿਣਾ ਵਾ, ਬਾਕੀ ਅੰਦਰ ਬੈਠੇ ਆ, ਜਿਹੜੇ ਸਰਫੇਸ ਦੇ ਉੱਤੇ ਰਹਿੰਦੇ ਪਏ ਆ, ਉਹਨਾਂ ਮੋਲੀਕਿਊਲਸ ਨੂੰ ਕੁਝ ਐਕਸਟਰਾ ਕਰਨਾ ਪੈ ਰਿਹਾ ਆਪਣੀ ਸਰਫੇਸ ਨੂੰ ਬਣਾ ਕੇ ਰੱਖਣ ਵਾਸਤੇ, ਠੀਕ ਹੈ ਜੀ, ਤੇ ਉਹ ਜਿਹੜੀ ਪ੍ਰੋਪਰਟੀ ਨੂੰ ਯੂਟਿਲਾਈਜ਼ ਕਰਦੇ ਆ ਉਸ ਪ੍ਰੋਪਰਟੀ ਦਾ ਨਾਮ ਸਰਫੇਸ ਟੈਂਸ਼ਨ ਆ। ਤੇ ਹੁਣ ਜਿਹੜੇ ਇੱਥੇ ਸਰਫੇਸ ਤੇ ਮੋਲੀਕਿਊਲ ਪਏ ਆ, ਹਨਾ, ਜਿਹੜਾ ਇੱਥੇ ਸਰਫੇਸ ਤੇ ਮੋਲੀਕਿਊਲ ਹੋਊਗਾ ਇਹ ਥੱਲੇ ਤੱਕ ਤਾਂ ਨਹੀਂ ਮੋਲੀਕਿਊਲ ਨੂੰ ਅਟਰੈਕਟ ਕਰੂਗਾ। ਇਹਨੇ ਮੋਲੀਕਿਊਲ ਨੇ ਇੱਥੇ ਤੱਕ ਕਿਸੇ ਦੂਸਰੇ ਮੋਲੀਕਿਊਲ ਨੂੰ ਅਟਰੈਕਟ ਕੀਤਾ, ਮਤਲਬ ਇੱਥੇ ਤੱਕ ਇਹਦੀ ਰੇਂਜ ਆ। ਤੇ ਫਿਰ ਜਿਹੜੀ ਉਹ ਸਰਫੇਸ ਫਿਲਮ ਬਣੇਗੀ, ਜਿਹੜੇ ਸਰਫੇਸ ਤੇ ਰਹਿਣ ਵਾਲੇ ਮੋਲੀਕਿਊਲਸ ਨੇ ਉਹਨਾਂ ਸਰਫੇਸ ਤੇ ਰਹਿਣ ਵਾਲੇ ਮੋਲੀਕਿਊਲ ਦੀ ਜਿੰਨੀ ਕਿ ਮੇਰੇ ਕੋਲ ਰੇਂਜ ਹੋਏਗੀ, ਹਨਾ, ਉਸ ਤੋਂ ਬਾਅਦ ਅਗਲੇ ਮੋਲੀਕਿਊਲ ਦਾ ਕਹਿੰਦਾ ਜੀ ਏਰੀਆ ਸ਼ੁਰੂ ਹੋ ਜਾਣਾ, ਠੀਕ ਹੈ, ਫਿਰ ਅਗਲੇ ਮੋਲੀਕਿਊਲ ਦਾ ਏਰੀਆ ਸ਼ੁਰੂ ਹੋ ਜਾਣਾ। ਉਸ ਮੂਮੈਂਟ ਤੇ ਸਰਫੇਸ ਤੇ ਰਹਿਣ ਵਾਲੇ ਜਿਹੜੇ ਮੋਲੀਕਿਊਲਸ ਨੇ, ਜੇ ਮੈਂ ਉਹ ਸਾਰੇ ਮੋਲੀਕਿਊਲਸ ਦੀ ਇੱਕ ਕਹਿੰਦਾ ਜੀ ਐਸਐਚ ਫਿਲਮ ਬਣਾ ਲਵਾਂ ਤੇ ਉਸ ਮੋਲੀਕਿਊਲ ਦੀ ਜਿਹੜੀ ਫਿਲਮ ਬਣੇਗੀ ਉਹਨੂੰ ਸੀ ਜਿਹੜੀ ਥਿਕਨੈਸ ਹੋਏਗੀ ਉਹਨੂੰ ਅਸੀਂ ਨਾਮ ਦਿੰਦੇ ਇਹ ਸਰਫੇਸ ਲੇਅਰ ਆ। ਇਹ ਲਿਕੁਇਡ ਦੀ ਸਰਫੇਸ ਲੇਅਰ ਆ।
ਤੇ ਜਿਹੜੀ ਲਿਕੁਇਡ ਦੀ ਸਰਫੇਸ ਲੇਅਰ ਹੋਏਗੀ ਉਹਨੂੰ ਅਸੀਂ ਲਿਕੁਇਡ ਦੀ ਸਰਫੇਸ ਫਿਲਮ ਡਿਫਾਈਨ ਕਰਦੇ ਆ। ਗੱਲ ਕਰਾਂ ਤਾਂ ਇਦਾਂ ਕਹਿ ਰਿਹਾ ਕਿ ਜੇ ਆ ਇੱਕ ਕੰਟੇਨਰ ਦੇ ਅੰਦਰ ਕੋਈ ਲਿਕੁਇਡ ਫਿਲ ਅਪ ਕੀਤਾ ਹੋਇਆ, ਜੇ ਆ ਕੰਟੇਨਰ ਦੇ ਅੰਦਰ ਕੋਈ ਮੇਰੇ ਕੋਲ ਲਿਕੁਇਡ ਫਿਲ ਅਪ ਕੀਤਾ ਹੋਇਆ ਤੇ ਜਿਹੜੇ ਮੋਲੀਕਿਊਲ ਲਿਕੁਇਡ ਦੀ ਆ ਸਰਫੇਸ ਤੇ ਬੈਠੇ ਆ ਬੇਟਾ, ਜਿਹੜੇ ਮੋਲੀਕਿਊਲ ਲਿਕੁਇਡ ਦੀ ਸਰਫੇਸ ਦੇ ਉੱਤੇ ਹੈਗੇ ਆ, ਇਹਨਾਂ ਮੋਲੀਕਿਊਲਸ ਦੀ ਰੇਂਜ ਜਿਹੜੀ ਇੱਥੇ ਤੱਕ ਆ ਮੋਲੀਕਿਊਲ ਦੀ ਰੇਂਜ ਇੱਥੇ ਤੱਕ ਆ, ਠੀਕ ਹੈ ਜੀ, ਔਨ ਦਾ ਅਪਰ ਸਾਈਡ ਲੋਅਰ ਸਾਈਡ ਸਾਰੇ ਪਾਸੇ। ਤੇ ਇਸ ਮੋਲੀਕਿਊਲ ਨੂੰ ਜੇ ਮੈਂ ਲੈ ਕੇ ਐਸਐਚ ਦੀ ਆ ਲੇਅਰ ਬਿਲਟ ਅਪ ਕਰਾਂ ਤੇ ਆ ਸਾਰੇ ਦੇ ਸਾਰੇ ਮੋਲੀਕਿਊਲ ਜਿਹੜੇ ਨੇ, ਜਿਹੜੇ ਮੇਰੇ ਕੋਲ ਸਰਫੇਸ ਤੇ ਲਾਈ ਕਰਦੇ ਪਏ, ਜਿਹੜੇ ਮੇਰੇ ਕੋਲ ਮੋਲੀਕਿਊਲ ਸਰਫੇਸ ਤੇ ਲਾਈ ਕਰਦੇ ਪਏ, ਔਰ ਮੋਲੀਕੂਲਰ ਰੇਂਜ ਉਹਦੀ ਜਿਹੜੀ ਐਸਐਚ ਥਿਕਨੈਸ ਆਫ ਦਾ ਫਿਲਮ ਬਣ ਜਾਵੇ, ਠੀਕ ਹੈ, ਥਿਕਨੈਸ ਆਫ ਦਾ ਲੇਅਰ ਬਣ ਜਾਵੇ ਤੇ ਟੌਪ ਮੋਸਟ ਲੇਅਰ ਆਫ ਦਾ ਲਿਕੁਇਡ, topmost layer of the liquid, ठीक है, with molecular range as the thickness of the layer, ठीक है, that layer is to be called as the surface film। क्या आ टर्म समझ लगी? थर्ड टर्म ਜਿਹੜੀ ਬੋਲਦਾ ਪਿਆ? Yes, sir. ਉਹ ਬੱਚੇ क्या ਸਾਰਿਆਂ ਨੂੰ ਗੱਲ ਸਮਝ ਆ ਰਹੀ ਪੁੱਤ? Yes, sir. Yes, sir. Yes, sir. Yes, sir. ਚਲ Yes, sir. ਤਿੰਨ ਟਰਮ ਕਰਦੇ ਪਏ ਆਪਾਂ, ਤਿੰਨੇ ਟਰਮ ਇੱਕ ਵਾਰੀ ਰਿਕਾਲ ਕਰਾ ਰਹੇ ਹਾਂ। ਮੋਲੀਕੂਲਰ ਰੇਂਜ ਕਹਿੰਦਾ ਜੀ, ਮੋਲੀਕੂਲਰ ਰੇਂਜ ਕਿਹਨੂੰ ਕਿ ਆਪਾਂ ਉੱਪਰ ਵਰਡ ਲਿੱਤਾ ਸੀਗਾ ਇੰਟਰਮੋਲੀਕੂਲਰ ਫੋਰਸਿਸ ਚੋਂ, ਕਿ ਕੋਈ ਵੀ ਮੋਲੀਕਿਊਲ ਇੱਕ ਲਿਮਿਟ ਤੱਕ ਦੂਸਰੇ ਮੋਲੀਕਿਊਲ ਨੂੰ ਆਪਣੇ ਵੱਲ ਅਟਰੈਕਟ ਕਰਦਾ ਪਿਆ। ਉਹ ਕਹਿੰਦਾ ਜੀ ਜਿੱਥੇ ਤੱਕ ਕਿਸੇ ਦੂਸਰੇ ਮੋਲੀਕਿਊਲ ਨੂੰ ਮੋਲੀਕਿਊਲ ਅਟਰੈਕਟ ਕਰ ਸਕੇ ਉਹ ਮੋਲੀਕੂਲਰ ਰੇਂਜ ਆ। ਸਫੀਅਰ ਆਫ ਇਨਫਲੂਐਂਸ ਕਿਹਨੂੰ ਕਹਿੰਦਾ? ਕਹਿੰਦਾ ਜੀ ਇਟ ਇਜ਼ ਦਾ ਸਫੀਅਰ, ਠੀਕ ਹੈ ਜੀ, ਡਰਾwn ਬਾय ਦਾ ਕਹਿੰਦਾ ਜੀ ਗਿਵਨ ਮੋਲੀਕਿਊਲ, ठीक है, with molecular range as the radius up to which it have the ability to attract the another molecule। ਤੇ ਫਿਰ ਜਿੱਥੇ ਤੱਕ ਇਹ ਮੋਲੀਕਿਊਲ ਦੂਸਰੇ ਕਿਸੇ ਮੋਲੀਕਿਊਲ ਨੂੰ ਆਪਣੇ ਵੱਲ ਅਟਰੈਕਟ ਕਰ ਸਕੇ, ਉਹ ਸਾਰੀ ਪੋਜੀਸ਼ਨਸ ਨੂੰ ਜੁਆਇਨ ਕਰਕੇ ਜੇ ਮੈਂ ਇੱਕ ਸ਼ੇਪ ਤਿਆਰ ਕਰ ਲਵਾਂ ਤੇ ਉਸ ਸ਼ੇਪ ਨੂੰ ਅਸੀਂ ਨਾਮ ਦਿੰਦੇ ਦੈਟ ਇਜ਼ ਕਾਲਡ ਐਜ਼ ਦ ਸਫੀਅਰ ਆਫ ਇਨਫਲੂਐਂਸ। ਇਹ ਅਸੀਂ ਗੱਲ ਕੀਤੀ ਇੱਕ ਮੋਲੀਕਿਊਲ ਦੀ। ਕਹਿੰਦਾ ਵੀ ਇਦਾਂ ਦੇ ਜਿੰਨੇ ਵੀ ਡਿਫਰੈਂਟ ਮੋਲੀਕਿਊਲ ਲਿਕੁਇਡ ਦੀ ਸਰਫੇਸ ਤੇ ਰਹਿੰਦੇ ਨੇ, ਠੀਕ ਹੈ, ਇਦਾਂ ਦੇ ਜਿੰਨੇ ਵੀ ਡਿਫਰੈਂਟ ਮੋਲੀਕਿਊਲ ਲਿਕੁਇਡ ਦੀ ਸਰਫੇਸ ਨੂੰ ਬਣਾਉਂਦੇ ਨੇ, ਇਹ ਸਾਰੇ ਦੇ ਸਾਰੇ ਮੋਲੀਕਿਊਲਸ ਨੂੰ ਲੈ ਕੇ, ਠੀਕ ਹੈ, ਇਹਨੂੰ ਸੈਂਟਰ ਰੱਖ ਕੇ ਤੇ ਸਫੀਅਰ ਆਫ ਇਨਫਲੂਐਂਸ ਦੀ ਹੈਲਪ ਨਾਲ, ਠੀਕ ਹੈ, ਇਹਦੀ ਮੋਲੀਕੂਲਰ ਰੇਂਜ ਨੂੰ ਉਹਦਾ ਐਸਐਚ ਸਰਫੇਸ ਲੇਅਰ ਦੀ ਥਿਕਨੈਸ ਬਣਾ ਕੇ ਜੇ ਮੈਂ ਇੱਕ ਲੇਅਰ ਕੰਸੀਡਰ ਕਰਾਂ ਲਿਕੁਇਡ ਦੀ, ਤੇ ਉਸ ਲਿਕੁਇਡ ਲੇਅਰ ਨੂੰ ਜਿਹੜੀ ਲਿਕੁਇਡ ਦੀ ਸਰਫੇਸ ਤੇ ਲਾਈ ਕਰਦੀ ਆ ਉਹਨੂੰ ਅਸੀਂ ਸਰਫੇਸ ਫਿਲਮ ਕਹਿੰਦੇ ਆ। ਕਿਆ ਇੰਨੀ ਗੱਲ ਕਲੀਅਰ? Yes, sir. Yes, sir. Yes, sir. Yes, sir. ਹੁਣ ਇਹ ਤਿੰਨੇ ਟਰਮ ਸਾਨੂੰ ਜਿਹੜੀਆਂ ਐਸਐਚ ਕਿੱਥੇ ਜਾ ਕੇ ਯੂਟਿਲਾਈਜ਼ ਹੋਣੀਆਂ? ਕਹਿੰਦਾ ਜੀ ਇਨ ਦਾ ਵਰਡ ਸਰਫੇਸ ਟੈਂਸ਼ਨ। ਸਰਫੇਸ ਟੈਂਸ਼ਨ ਡਿਫਾਈਨ ਕਰਦਾ ਤਾਂ ਕਿਹਨੂੰ ਕਹਿੰਦਾ? ਕਹਿੰਦਾ ਇਟ ਇਜ਼ ਅ ਪ੍ਰੋਪਰਟੀ ਆਫ ਦਾ ਲਿਕੁਇਡ, ਇਟ ਇਜ਼ ਅ ਪ੍ਰੋਪਰਟੀ ਆਫ ਦਾ ਲਿਕੁਇਡ ਡਿਊ ਟੂ ਵਿਚ ਲਿਕੁਇਡ ਸਰਫੇਸ, ਫਿਰ ਉਹੀ ਵਰਡ ਤੇ ਆ ਰਿਹਾ, ਲਿਕੁਇਡ ਦੀ ਸਰਫੇਸ ਦੀ ਗੱਲ ਕਰਾਂਗੇ। ਇਟ ਇਜ਼ ਦਾ ਪ੍ਰੋਪਰਟੀ ਆਫ ਦਾ ਲਿਕੁਇਡ ਡਿਊ ਟੂ ਵਿਚ ਲਿਕੁਇਡ ਸਰਫੇਸ ਵਿਲ ਆਲਵੇਜ਼ ਬਿਹੇਵ ਲਾਈਕ ਏ ਸਟ੍ਰੈਚਡ ਮੈਮਬ੍ਰੇਨ, ठीक है जी, and the liquid कहना जी always try to acquire the minimum surface area, ठीक है, by forming a stretched membrane on the surface। liquid ਦੀ ਜਿਹੜੀ ਪ੍ਰੋਪਰਟੀ ਦੇ ਕਰਕੇ liquid ਦੀ ਸਰਫੇਸ ਇੱਕ ਮੈਮਬ੍ਰੇਨ ਦੀ ਤਰ੍ਹਾਂ ਕਹਿੰਦਾ ਜੀ ਸ਼ੋ ਆਫ ਕਰੇਗੀ, ਠੀਕ ਹੈ। liquid ਦੀ ਉਸ ਪ੍ਰੋਪਰਟੀ ਨੂੰ ਅਸੀਂ ਨਾਮ ਦਿੰਨੇ ਇਹ liquid ਦੀ ਸਰਫੇਸ ਟੈਂਸ਼ਨ ਕਰਕੇ ਹੋ ਰਿਹਾ, ਠੀਕ ਹੈ। ਔਰ ਇਹ ਪ੍ਰੋਪਰਟੀ liquid ਜਦੋਂ ਪੋਜੈਸ ਕਰੇਗਾ ਉਦੋਂ ਲਿਕੁਇਡ ਇਕੁਇਲਿਬਰੀਅਮ ਆਫ ਰੈਸਟ ਦੀ ਕੰਡੀਸ਼ਨ ਚ। ਆਪਣੇ ਚੈਪਟਰ ਦਾ ਨਾਮ ਹਾਈਡਰੋਸਟੈਟਿਕ ਆ, ਠੀਕ ਹੈ ਜੀ, ਇਨ ਵਿਚ ਵੀ ਆਰ ਡੀਲਿੰਗ ਵਿਦ ਦਾ ਕਹਿੰਦਾ ਜੀ ਲਿਕੁਇਡ ਵਿਚ ਆਰ ਇਨ ਦਾ ਸਟੇਟ ਆਫ ਰੈਸਟ। ਇਹਦਾ ਮਤਲਬ ਲਿਕੁਇਡ ਜਦੋਂ ਰੈਸਟ ਦੀ ਸਟੇਟ ਦੇ ਅੰਦਰ ਹੈਗਾ, ਲਿਕੁਇਡ ਆਪਣੀ ਇੱਕ ਸਰਫੇਸ ਬਣਾ ਕੇ ਰੱਖਦਾ ਪਿਆ ਤੇ ਜਿਹੜੀ ਪ੍ਰੋਪਰਟੀ ਦੇ ਕਰਕੇ ਲਿਕੁਇਡ ਆਪਣੀ ਉਸ ਸਰਫੇਸ ਨੂੰ ਮੇਨਟੇਨ ਕਰਦਾ ਤੇ ਲਿਕੁਇਡ ਦੀ ਉਸ ਪ੍ਰੋਪਰਟੀ ਨੂੰ ਅਸੀਂ ਨਾਮ ਦਈਏ ਤੇ ਦੈਟ ਇਜ਼ ਟੂ ਬੀ ਕਾਲਡ ਐਜ਼ ਦਾ ਸਰਫੇਸ ਟੈਂਸ਼ਨ। क्या डेफिनेशन क्लियर हुई? Yes, sir. Yes, sir. Yes, sir. चल सो एसएच ਅਸੀਂ ਡਿਫਾਈਨ ਕਰਦੇ ਪਏ, ਇਹਨੂੰ Yes, sir. ਮੈਥਮੈਟਿਕਲੀ ਕਹਿਣਾ ਹੋਵੇ ਬੇਟਾ, ਠੀਕ ਹੈ ਜੀ, ਇਸੇ ਟਰਮ ਨੂੰ ਅਸੀਂ ਮੈਥਮੈਟਿਕਲੀ ਡਿਫਾਈਨ ਕਰਨਾ ਹੋਵੇ ਸਰਫੇਸ ਟੈਂਸ਼ਨ ਨੂੰ, ਤੇ ਮੈਥਮੈਟਿਕਲੀ ਸੀ ਇਹਦਾ ਫਾਰਮੂਲਾ ਜਿਹੜਾ ਸਰਫੇਸ ਟੈਂਸ਼ਨ ਦਾ, ਇਟ ਇਜ਼ ਡਿਫਾਈਨਡ ਟੂ ਬੀ ਦਾ ਫੋਰਸ ਐਕਟਿੰਗ ਪਰ ਯੂਨਿਟ ਲੈਂਥ ਆਫ ਦਾ ਸਰਫੇਸ। ਮਤਲਬ ਉਹ ਕਹਿੰਦਾ ਪੁੱਤ ਜੇ ਮੈਂ ਐਸਐਚ ਕਿਸੇ ਕੰਟੇਨਰ ਦੇ ਅੰਦਰ ਕੋਈ ਲਿਕੁਇਡ ਕੰਸੀਡਰ ਕਰ ਲਵਾਂ, ਠੀਕ ਹੈ, ਕਿਸੇ ਕੰਟੇਨਰ ਦੇ ਅੰਦਰ ਆਪਾਂ ਕੋਈ ਲਿਕੁਇਡ ਕੰਸੀਡਰ ਕਰ ਲਈਏ, ਜਾਂ ਇੱਧਰ ਦਿਖਾ ਦਿੰਨੇ ਇਹਨੂੰ ਸੌਖੀ ਸ਼ੇਪ ਬਣਾ ਦੇ,
ਕਿਸੇ ਵੀ ਮੂਮੈਂਟ ਤੇ ਆ ਮੰਨ ਲਓ ਮੇਰੇ ਕੋਲ ਕਹਿੰਦਾ ਜੀ ਇੱਥੇ ਮੈਂ ਲਿਕੁਇਡ ਕੰਸੀਡਰ ਕਰਾਂ ਤੇ ਇਸ ਲਿਕੁਇਡ ਦੇ ਉੱਤੇ ਅਸੀਂ ਐਸ ਸੱਚ ਕੀ ਕਰੀਏ ਇੱਕ ਇਮੇਜਿਨਰੀ ਲਾਈਨ ਡਰਾ ਕਰ ਦਵਾਂ ਕਿਉਂਕਿ ਲਿਕੁਇਡ ਇਕੁਇਲਿਬ੍ਰੀਅਮ ਆਫ ਰੈਸਟ ਉੱਤੇ ਆ ਤੇ ਅਸੀਂ ਪਿੱਛੇ ਵਰਡ ਯੂਜ਼ ਕੀਤਾ ਸੀ ਕਿ ਜਦੋਂ ਇਕੁਇਲਿਬ੍ਰੀਅਮ ਦੇ ਅੰਦਰ ਬਾਡੀ ਹੁੰਦੀ ਤੇ ਜਿਹੜੀਆਂ ਲਿਕੁਇਡ ਮੋਲੀਕਿਊਲਸ ਨੇ ਫੋਰਸਿਸ ਲਗਾਣੀਆਂ ਦੇ ਮਸਟ ਬੀ ਐਕਟਿੰਗ ਨਾਰਮਲ ਟੂ ਦਾ ਗਿਵਨ ਕਹਿੰਦਾ ਜੀ ਸਰਫੇਸ ਪੁੱਤ ਆਪਾਂ ਇਹ ਗੱਲ ਕੀ ਸੀਗੀ ਕਿ ਜੇਕਰ ਲਿਕੁਇਡ ਜਿਹੜਾ ਵਾ ਮੈਂ ਸਭ ਤੋਂ ਪਹਿਲਾਂ ਜਿੱਥੇ ਚੈਪਟਰ ਸ਼ੁਰੂ ਕੀਤਾ ਸੀ ਉਹ ਚ ਟੌਪਿਕ ਕੀਤਾ ਸੀ ਲਿਕੁਇਡ ਇਨ ਇਕੁਇਲਿਬ੍ਰੀਅਮ ਉਹਦੇ ਵਰਡ ਪਕੜਦਾ ਪਿਆ ਉੱਥੇ ਅਸੀਂ ਆਹ ਗੱਲ ਕੀ ਸੀਗੀ ਕਿ ਜੇ ਆ ਕੰਟੇਨਰ ਦੇ ਅੰਦਰ ਮੇਰੇ ਕੋਲ ਲਿਕੁਇਡ ਜਿਹੜਾ ਵਾ ਉਹ ਰੈਸਟ ਦੀ ਸਟੇਟ ਚ ਆ ਤੇ ਕਿਸੇ ਵੀ ਮੂਮੈਂਟ ਤੇ ਜੇ ਲਿਕੁਇਡ ਦੇ ਮੋਲੀਕਿਊਲ ਤੇ ਕੋਈ ਫੋਰਸ ਲੱਗਦੀ ਪਈ ਆ ਆਪਾਂ ਕਹਿੰਦੇ ਸੀ ਜੀ ਉਹ ਫੋਰਸ ਐਸ ਸੱਚ ਹਮੇਸ਼ਾ ਗਿਵਨ ਸਰਫੇਸ ਤੇ ਲਿਕੁਇਡ ਦੇ ਮੋਲੀਕਿਊਲ ਦੀ ਗਿਵਨ ਸਰਫੇਸ ਤੇ ਉਹ ਫੋਰਸ ਹਮੇਸ਼ਾ ਨਾਰਮਲ ਟੂ ਦਾ ਕਹਿੰਦਾ ਜੀ ਸਰਫੇਸ ਲੱਗੇਗੀ ਤਾਂ ਕਿ ਇਕੁਇਲਿਬ੍ਰੀਅਮ ਦੀ ਕੰਡੀਸ਼ਨ ਜਿਹੜੀ ਆ ਉਹ ਮੇਨਟੇਨ ਹੋਵੇ ਆਪਾਂ ਇੱਥੇ ਅਸਿਊਮ ਇਹ ਕਰਨ ਲੱਗੇ ਆ ਕਿ ਵੀ ਫੋਰਸ ਨਾਰਮਲ ਨਾਲ ਲੱਗ ਕੇ ਫੋਰਸ ਇਸ ਲਿਕੁਇਡ ਮੋਲੀਕਿਊਲ ਦੇ ਸਰਫੇਸ ਦੇ ਨਾਰਮਲ ਨਾਲ ਲੱਗ ਕੇ ਫੋਰਸ ਮੇਰੇ ਕੋਲ ਇਨਕਲਾਈਨਡ ਲਾਈ ਕਰਦੀ ਆ ਤੇ ਜੇ ਫੋਰਸ ਮੇਰੀ ਇਨਕਲਾਈਨਡ ਲਾਈ ਕਰੇਗੀ ਤੇ ਇਸ ਫੋਰਸ ਨੂੰ ਰਿਜ਼ੋਲਵ ਕਰਕੇ ਇਹਦੇ ਕੰਪੋਨੈਂਟ ਬਣਾਏ ਸੀਗੇ f cos ਤੇ f sin ਤੇ ਇਹ ਚ ਆਪਾਂ ਵਰਡ ਇਹ ਬੋਲੇ ਸੀ ਕਿ ਵੀ ਆਹ ਕੰਪੋਨੈਂਟ ਜਿਹੜਾ ਫੋਰਸ ਦਾ ਵਾ ਹਨਾ ਇਹ ਲਿਕੁਇਡ ਦੇ ਮੋਲੀਕਿਊਲ ਦੇ ਉੱਤੇ ਨਾਰਮਲ ਟੂ ਸਰਫੇਸ ਆ ਤੇ ਜਦ ਕਿ ਆਹ ਕੰਪੋਨੈਂਟ ਜਿਹੜਾ ਫੋਰਸ ਦਾ ਇਹ ਅਲੋਂਗ ਦਾ ਸਰਫੇਸ ਆ ਤੇ ਜਿਹੜਾ ਕੰਪੋਨੈਂਟ ਅਲੋਂਗ ਦਾ ਸਰਫੇਸ ਲੱਗੇਗਾ ਇਹਦੇ ਕਰਕੇ ਲਿਕੁਇਡ ਦੇ ਮੋਲੀਕਿਊਲ ਦੇ ਅੰਦਰ ਮੇਰੇ ਕੋਲ ਲੀਨੀਅਰ ਮੋਸ਼ਨ ਪੋਸੀਬਲ ਆ ਪਰ ਕਿਉਂਕਿ ਲਿਕੁਇਡ ਰੈਸਟ ਦੀ ਸਟੇਟ ਚ ਆ ਇਸ ਲਈ ਇਹਦੇ ਨਾਲ ਕੋਈ ਵੀ ਫੋਰਸ ਦਾ ਉਹ ਕੰਪੋਨੈਂਟ ਜਿਹੜਾ ਇਹਨੂੰ ਮੋਸ਼ਨ ਦੇ ਸਕਦਾ that component must be absent there ਇਹਦਾ ਮਤਲਬ ਅਸੀਂ ਕਿਹਾ ਸੀ ਜੀ ਇਹਦੇ ਵਿੱਚ f cos θ ਜਿਹੜਾ ਵਾ ਉਹ 0 ਆ ਤੇ f ਤੇ 0 ਹੈ ਨਹੀਂ ਦੋ ਚੀਜ਼ਾਂ ਦੀ ਪ੍ਰੋਡਕਟ 0 ਉਦੋਂ ਜੇ ਇੱਕ ਚੀਜ਼ 0 f 0 ਹੈ ਨਹੀਂ ਕਿਉਂਕਿ ਲਿਕੁਇਡ ਦੇ ਮੋਲੀਕਿਊਲ ਦੇ ਫੋਰਸ ਤੇ ਲਾਈ ਕਰਦੀ ਆ ਠੀਕ ਹੈ ਜੀ ਇਹਦਾ ਮਤਲਬ ਅਸੀਂ ਕਿਹਾ ਸੀ ਜੀ cos θ 0 ਇਹਦਾ ਮਤਲਬ θ ਮੇਰਾ 90 ਡਿਗਰੀ ਆ ਇੱਕ ਵਰਡ ਲੈ ਕੇ ਇੱਥੇ ਗੱਲ ਜੋੜਨੀ ਆ ਮੈਂ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਵੀ ਫੋਰਸ ਲਿਕੁਇਡ ਦੇ ਮੋਲੀਕਿਊਲ ਤੇ ਇਸ ਵੇਲੇ ਲਾਈ ਕਰੇਗੀ ਉਹ ਹਮੇਸ਼ਾ ਗਿਵਨ ਸਰਫੇਸ ਦੇ ਪਰਪੈਂਡੀਕੂਲਰ ਹੋਣੀ ਚਾਹੀਦੀ ਆ ਤਾਂ ਇਕੁਇਲਿਬ੍ਰੀਅਮ ਆਫ ਰੈਸਟ ਦੀ ਕੰਡੀਸ਼ਨ ਮੇਨਟੇਨ ਆ ਕਿ ਇੰਨੀ ਗੱਲ ਸਮਝ ਲੱਗੀ Yes, sir. Yes, sir. Yes, sir. ਇਹੀ ਵਰਡ ਇੱਥੇ ਅਪਲਾਈ ਕਰਦੇ ਪਏ ਕਿ ਜੇ ਇਸ ਲਿਕੁਇਡ ਦੇ ਅੰਦਰ ਇੱਕ ਇਮੇਜਿਨਰੀ ਲਾਈਨ ਲਗਾਵਾਂ ਠੀਕ ਹੈ ਔਰ ਇਹਦੇ ਤੇ ਜਿੰਨੇ ਵੀ ਮੋਲੀਕਿਊਲਸ ਨੇ that molecule are equally attracted in all the direction ਇਹਦਾ ਮਤਲਬ ਇਸ ਮੋਲੀਕਿਊਲਸ ਨੂੰ ਸਾਰੇ ਪਾਸੇ ਇਕੁਅਲ ਡਾਇਰੈਕਸ਼ਨ ਚ ਇਹਦੀ ਸਰਫੇਸ ਦੇ ਪਰਪੈਂਡੀਕੂਲਰ ਜਦੋਂ ਫੋਰਸਿਸ ਲੱਗਣੀਆਂ ਤੁਸੀਂ ਕਹਿੰਦੇ ਜੀ ਟੋਟਲ ਕਿੰਨੀ ਫੋਰਸ ਲੱਗੀ ਠੀਕ ਹੈ ਤੇ ਟੋਟਲ ਇਸ ਲਿਕੁਇਡ ਦੀ ਇਮੇਜਿਨਰੀ ਲਾਈਨ ਦੀ ਲੈਂਥ ਕਿੰਨੀ ਹੈ ਇਹਦੀ ਰੇਸ਼ੋ ਨੂੰ ਅਸੀਂ ਐਸ ਸੱਚ ਜਿਹੜਾ ਵਾ ਉਹ ਸਰਫੇਸ ਟੈਂਸ਼ਨ ਡਿਫਾਈਨ ਕਰਦੇ ਮਤਲਬ ਲਿਕੁਇਡ ਦੇ ਮੋਲੀਕਿਊਲ ਸਾਰੇ ਪਾਸਿਓਂ ਇਹਨੂੰ ਸਟ੍ਰੈਚ ਕਰਦੇ ਪਏ ਠੀਕ ਹੈ ਜਿਹਦੇ ਕਰਕੇ ਅਸੀਂ ਕਹਿੰਦੇ ਜੀ ਲਿਕੁਇਡ ਦੀ ਸਰਫੇਸ ਇੱਕ ਜਿਹੜੀ ਆ ਉਹ ਸਟ੍ਰੈਚਡ ਮੈਮਬ੍ਰੇਨ ਦੀ ਤਰ੍ਹਾਂ ਬਿਹੇਵ ਕਰਦੀ ਆ ਤੇ ਲਿਕੁਇਡ ਦੀ ਇਸ ਪ੍ਰਾਪਰਟੀ ਨੂੰ ਜਿਹਦੇ ਕਰਕੇ ਲਿਕੁਇਡ ਦੀ ਸਰਫੇਸ ਇੱਕ ਮੈਮਬ੍ਰੇਨ ਦੀ ਤਰ੍ਹਾਂ ਬਿਹੇਵ ਕਰੇਗੀ ਲਿਕੁਇਡ ਦੀ ਇਸ ਪ੍ਰਾਪਰਟੀ ਨੂੰ ਅਸੀਂ ਨਾਮ ਦੇ ਦਿੰਦੇ ਨੇ that is called as the surface tension ਕੀ ਇਹਨੀ ਗੱਲ ਕਲੀਅਰ Yes, sir. ਤੇ ਜੇ ਇਥੋਂ ਇਹਦਾ ਯੂਨਿਟ ਵਗੈਰਾ ਡਿਫਾਈਨ ਕਰੀਏ ਤੇ ਆਪਣੇ ਕੋਲ ਯੂਨਿਟ ਦਾ ਨਿਊਟਨ ਪਰ ਮੀਟਰ ਆ ਜਾਏਗਾ ਠੀਕ ਹੈ ਤੇ ਜੇ ਇਥੋਂ ਇਹਦਾ ਡਾਈਮੈਂਸ਼ਨਲ ਫਾਰਮੂਲਾ ਲੈ ਲਓ ਤੇ ਇਹਦਾ ਡਾਈਮੈਂਸ਼ਨਲ ਫਾਰਮੂਲਾ ml t-2/l ਯਾਨੀ ਇਹਦਾ ਡਾਈਮੈਂਸ਼ਨਲ ਫਾਰਮੂਲਾ ਆਪਣੇ ਕੋਲ ਜਿਹੜਾ SH ਹੋਏਗਾ ਉਹ mt-2 ਆ ਜਾਏਗਾ ਫਿਰ ਸਰਫੇਸ ਟੈਂਸ਼ਨ ਆਪਣੀ ਕੁਆਂਟੀਟੀ ਜਿਹੜੀ ਆ ਇਟਸ ਅ ਸਕੇਲਰ ਕੁਆਂਟੀਟੀ ਠੀਕ ਹੈ ਐਕਚੁਅਲ ਚ ਲਵਾਂ ਤੇ ਟੈਂਸਰ ਆ ਕਿਉਂਕਿ ਇਹਦੀ ਮਲਟੀਪਲ ਡਾਇਰੈਕਸ਼ਨਸ ਨੇ ਬਟ ਅਸੀਂ ਦੋ ਟਾਈਪ ਦੀ ਕੁਆਂਟੀਟੀ ਲੈਣੇ ਆ ਇੱਕ ਸਕੇਲਰ ਤੇ ਇੱਕ ਵੈਕਟਰ ਠੀਕ ਹੈ ਤੇ ਆਪਣੇ ਕੋਲ ਸਰਫੇਸ ਟੈਂਸ਼ਨ ਜਿਹੜੀ ਆ ਕਹਿੰਦਾ ਜੀ ਇਟ ਆਲਵੇਸ ਟੇਕਨ ਟੂ ਬੀ ਅ ਸਕੇਲਰ ਕੁਆਂਟੀਟੀ ਇਨਾ ਕਲੀਅਰ ਆ Yes, sir. Yes, sir. ਅੱਛਾ ਆਪਾਂ ਕਹਿੰਦੇ ਜੀ ਰੇਨ ਡ੍ਰੌਪ ਸਫੈਰਿਕਲ ਇਸ ਕਰਕੇ ਆ ਕਿ ਉਹ ਮਿਨੀਮਮ ਸਰਫੇਸ ਏਰੀਆ ਲੈਣ ਕਹਿੰਦਾ ਵੀ ਇਹਦਾ ਮਤਲਬ ਆਪਾਂ ਜਿਹੜੇ ਵਰਡ ਲਿੰਕ ਕਰਨੇ ਉਹ ਕਿਹੜੇ ਹੋਏ ਕਿ ਵੀ ਲਿਕੁਇਡ ਡ੍ਰੌਪ ਜਿਹੜਾ ਹੈਗਾ ਉਹ ਸਫੈਰਿਕਲ ਸ਼ੇਪ 'ਚ ਇਸ ਲਈ ਹੁੰਦਾ ਕਿ ਵੀ ਉਹਦਾ ਸਰਫੇਸ ਏਰੀਆ ਮਿਨੀਮਮ ਹੋ ਜੇ ਉਹ ਕਹਿੰਦਾ ਵੀ ਸਰਫੇਸ ਏਰੀਆ ਲਿਕੁਇਡ ਡ੍ਰੌਪ ਨੂੰ ਮਿਨੀਮਮ ਕਰਨ ਦੀ ਲੋੜ ਕੀ ਆ ਤੇ ਉੱਥੇ ਜਾ ਕੇ ਫਿਰ ਅਸੀਂ ਕਨਸੈਪਟ ਐਡ ਕਰਾਂਗੇ ਦਿਸ ਇਜ਼ ਡਿਊ ਟੂ ਕਹਿੰਦਾ ਜੀ ਲਿਕੁਇਡ ਪ੍ਰੋਪਰਟੀ ਆਫ ਸਰਫੇਸ ਟੈਂਸ਼ਨ ਕਹਿੰਦਾ ਜੀ ਕਿਉਂ ਤੇ ਫਿਰ ਅਸੀਂ ਉੱਥੇ ਵਰਡ ਲਿੰਕ ਕਰਾਂਗੇ ਡਿਊ ਟੂ ਸਟੇਬਿਲਿਟੀ ਆਫ ਦਾ ਲਿਕੁਇਡ ਡ੍ਰੌਪ
ਇਹਦਾ ਮਤਲਬ ਜਿੰਨੀ ਵੀ ਕਹਾਣੀ ਆਪਾਂ ਲਵਾਂਗੇ ਨਾ, ਜਿੰਨਾ ਵੀ ਕਨਸੈਪਟ ਆਪਾਂ ਲਵਾਂਗੇ, ਉਹ ਮੇਨ ਇੱਕ ਵਰਡ ਨਾਲ ਡੀਲ ਕਰੇਗਾ, ਸਟੇਬਿਲਿਟੀ ਆਫ ਦਾ ਲਿਕੁਇਡ ਮੋਲੀਕਿਊਲ। ਲਿਕੁਇਡ ਮੋਲੀਕਿਊਲ ਆਪਣੀ ਸਰਫੇਸ ਤੇ ਮੋਲੀਕਿਊਲ ਦੀ ਸਟੇਬਿਲਿਟੀ ਵਾਸਤੇ ਕੀ ਕਰਦਾ, ਠੀਕ ਹੈ ਜੀ। ਉਸ ਅਬਿਲਿਟੀ ਆਫ ਲਿਕੁਇਡ ਮੋਲੀਕਿਊਲ ਨੂੰ ਅਸੀਂ ਨਾਮ ਦੇ ਦਿੰਦੇ ਕਿ ਇਟ ਇਜ਼ ਡਿਊ ਟੂ ਸਰਫੇਸ ਟੈਂਸ਼ਨ। ਕੀ ਗੱਲ ਸਮਝ ਲੱਗੀ ਜੋ ਦੱਸ ਰਿਹਾ ਬੇਟਾ? Yes, sir. Yes, sir. ਆਪਣਾ ਅਗਲਾ ਟੌਪਿਕ ਜਿਹੜਾ ਬੰਨਾ ਨਾ, ਉਹ ਟੌਪਿਕ ਹੈਗਾ ਮੋਲੀਕੂਲਰ ਥਿਊਰੀ ਆਫ ਸਰਫੇਸ ਟੈਂਸ਼ਨ। ਉਹ ਅੱਜ ਨਹੀਂ ਹੋਣਾ, ਕੱਲ ਨੂੰ ਸ਼ੁਰੂ ਕਰਾਂਗੇ, ਠੀਕ ਹੈ, ਕਿਉਂਕਿ ਉਹਨੇ ਟਾਈਮ ਲੈਣਾ ਵਾ। ਮੋਲੀਕੂਲਰ ਥਿਊਰੀ ਆਫ ਸਰਫੇਸ ਟੈਂਸ਼ਨ ਦੇ ਅੰਦਰ ਅਸੀਂ ਇਸੇ ਇੱਕ ਪ੍ਰੋਪਰਟੀ ਨੂੰ ਮੇਨ ਜਸਟੀਫਾਈ ਕਰਨਾ ਜਿਹੜੀ ਸਰਫੇਸ ਟੈਂਸ਼ਨ ਦੀ ਡੈਫੀਨੇਸ਼ਨ ਚ ਆ। ਮੈਂ ਉਹਦੀ ਡੈਫੀਨੇਸ਼ਨ ਫਿਰ ਰਿਪੀਟ ਕਰ ਰਿਹਾ। ਡੈਫੀਨੇਸ਼ਨ ਉਹਦੀ ਇਹ ਹੈਗੀ ਸਰਫੇਸ ਟੈਂਸ਼ਨ ਦੀ, ਇਟਸ ਦਾ ਪ੍ਰੋਪਰਟੀ ਆਫ ਲਿਕੁਇਡ due to which liquid surface always try to acquire, मैं कुछ word add कर रहा, due to which liquid surface always try to acquire minimum surface area, and to acquire the minimum surface area liquid surface always behave like a stretch membrane। ਹੁਣ ਇਹਦੇ ਪਿੱਛੇ ਐਂਡ ਤੇ ਕੀ ਪਿਆ ਵਾ, ਉਹ ਸਟੇਬਿਲਿਟੀ ਆ। ਕਹਿੰਦਾ ਜੀ ਲਿਕੁਇਡ ਦੀ ਜਿਸ ਪ੍ਰੋਪਰਟੀ ਦੇ ਕਰਕੇ ਲਿਕੁਇਡ ਸਰਫੇਸ ਹਮੇਸ਼ਾ ਆਪਣਾ ਸਰਫੇਸ ਏਰੀਆ ਜਿਹੜਾ ਵਾ ਉਹ ਮਿਨੀਮਮ ਕਰਨਾ ਚਾਹੁੰਦੀ ਆ, ਠੀਕ ਹੈ ਜੀ। ਉਹ ਐਸ ਸੱਚ ਉਹਦੇ ਵਾਸਤੇ ਕੀ ਕਰਦੀ ਆ ਕਿ ਆਪਣੀ ਸਰਫੇਸ ਨੂੰ ਇੱਕ ਸਟ੍ਰੈਚ ਮੈਮਬ੍ਰੇਨ ਦੀ ਤਰ੍ਹਾਂ ਕਹਿੰਦਾ ਜੀ ਬਣਾਉਂਦੀ ਆ। ਤੇ ਉਹਦਾ ਕਾਜ਼ ਕੀ ਆ, ਅਸੀਂ ਕਹਿੰਦੇ ਜੀ ਕਿਉਂਕਿ ਲਿਕੁਇਡ ਦੀ ਸਰਫੇਸ ਆਪਣੇ ਆਪ ਨੂੰ ਸਟੇਬਲ ਕਰਨਾ ਚਾਹ ਰਹੀ ਆ, ਤੇ ਸਟੇਬਿਲਿਟੀ ਉਹ ਕਿਤੇ ਨਾ ਕਿਤੇ ਜਿਹੜੀ ਆ ਆਪਣੇ ਮਿਨੀਮਮ ਸਰਫੇਸ ਏਰੀਆ ਨਾਲ ਲਿੰਕ ਕਰਾਂਦੀ ਆ। ਇਸ ਕਰਕੇ ਮਿਨੀਮਮ ਸਰਫੇਸ ਏਰੀਆ ਤੇ ਮੈਕਸਿਮਮ ਸਟੇਬਿਲਿਟੀ ਵਾਸਤੇ ਲਿਕੁਇਡ ਦੀ ਸਰਫੇਸ ਇੱਕ ਮੈਮਬ੍ਰੇਨ ਦਾ ਕਹਿੰਦਾ ਜੀ ਆਪਣੀ ਫਾਰਮ ਲੈ ਜਾਂਦੀ ਹੈ, ਤੇ ਉਹ ਉਸ ਲਿਕੁਇਡ ਦੀ ਪ੍ਰੋਪਰਟੀ ਨੂੰ ਅਸੀਂ ਫਿਰ ਨਾਮ ਦਿੰਦੇ ਕਿ ਦਿਸ ਇਜ਼ ਕਹਿੰਦਾ ਜੀ ਕਾਲਡ ਐਜ਼ ਦਾ ਸਰਫੇਸ ਟੈਂਸ਼ਨ। ਕੀ ਡੈਫੀਨੇਸ਼ਨ ਸਮਝ ਆਈ ਬੇਟੇ? Yes, sir. Yes, sir. Yes. Yes, sir. ਜਦੋਂ ਮੈਂ ਟੌਪਿਕ ਸ਼ੁਰੂ ਕੀਤਾ ਤੁਸੀਂ ਕਿਹਾ ਸੀ ਅਸੀਂ ਕੈਮਿਸਟਰੀ ਦੇ ਅੰਦਰ ਸਿਰਫ ਡੈਫੀਨੇਸ਼ਨ ਪੜ੍ਹੀ ਆ, ਆਪਾਂ ਹੁਣ ਵੀ ਡੈਫੀਨੇਸ਼ਨ ਬੋਲੀ ਆ, ਠੀਕ ਹੈ ਜੀ। क्या डेफिनेशन क्लियर है कि ਉਹਦੇ वर्ड की यूज हो रहे, क्यों यूज हो रहे? Yes. Yes, sir. Yes, sir. Yes, sir. मतलब ਆਪਾਂ ਨੂੰ ਹੁਣ ਕੋਈ ਪੁੱਛ ਲੇ ਕਿ ਸਰਫੇਸ ਟੈਂਸ਼ਨ ਕੀ ਕਨਸੈਪਟ ਆ, ਕੀ ਆਪਾਂ ਐਕਸਪਲੇਨ ਕਰ ਪਾਵਾਂਗੇ? ਕੋਈ ਨਹੀਂ ਬੋਲਿਆ। ਹਾਂਜੀ ਸਰ। क्या ਸਰਫੇਸ ਹਾਂਜੀ ਸਰ। ਆਪਾਂ ਨੂੰ ਪੁੱਛ ਲਈ ਜਾਵੇ, ਕੌਣ ਦੱਸੇਗਾ ਸਰਫੇਸ ਟੈਂਸ਼ਨ ਕੀ ਹੁੰਦੀ ਹੈ? कोई है ना भी बोलो, व्हाट इज सरफेस टेंशन?